ਵਾਹਿਗੁਰੂ 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 ਵਾਹਿਗੁਰੂ। ਜਿਸ ਅੰਮ੍ਰਿਤਧਾਰੀ ਗੁਰਸਿੱਖ ਦੇ ਮੱਥੇ ਉੱਤੇ ਭਾਗਾਂ ਦਾ ਲੇਖ ਉਗੜੇ, ਗੁਰੂ ਗੁਰੂ ਨਾਨਕ ਨਾਲ ਸਦਾ ਵਾਹਿਗੁਰੂ ਨਾਮ ਸਦਾ ਜ਼ਹਿਰ ਤੇ ਅੰਮ੍ਰਿਤ। ਇਹ ਨਾਨਕ ਪ੍ਰਭੂ ਦਾ ਸਰੀਰ ਜ਼ਹਿਰ ਹੈ, ਰੱਬੀ ਸਰੀਰ ਅੰਮ੍ਰਿਤ ਹੈ। ਹੀ ਜਗਤ ਵਿੱਚ ਖਾਦੇ ਮਰ ਮੁੱਕੀ ਹੈ, ਉਹ ਖਾਦੇ ਹੋਏ ਬੰਦੇ ਹਨ ਜਿਹੜੇ ਨਾਮ ਅਜਿਤ ਕੋ ਮਾਇਆ। ਉਹ ਕਹਿੰਦਾ ਇਹ ਤਾਂ ਕੰਜਰੀ ਆ, ਇਹ ਤਾਂ ਨਾਲ ਨਹੀਂ ਜਾਣੀ। ਚਾਰ ਦਿਨਾਂ ਦੀ ਖੇਡ ਗਰੜ ਅੰਮ੍ਰਿਤ ਲੋਕ ਕੇ ਸ਼ਾਸਤਰ ਵੇਦ ਸਭ ਆਨ ਕਤੋ ਕੋਏ ਆਦ ਜਗਾਦੀ ਮੂੰਹ ਵਿੱਚ ਅੰਮ੍ਰਿਤ ਹੋਵਤ ਨਾਨਕ ਗਰੜ ਵਿਕਾਰੀ ਨਾਲ ਪੜ੍ਹਨਾ ਵਰ ਬਣ ਜਾਂਦਾ। ਮੂਮਨਾ ਪ੍ਰਭਲਾ ਸੰਸਾਰ ਵਿੱਚ ਪਰ ਵਿਕਾਰ ਨਿਸ਼ਾਨੀ, ਬੁਰਾ ਪੁਰਸ਼ ਸੰਸਾਰ ਬੁਰਾਈ ਦੀ ਨਿਸ਼ਾਨੀ ਹੈ। ਅੰਤ ਵਿਰਤਾਂਤ ਭੇਦ। ਚੱਕਵੀ ਦਾ ਸੂਰਜ ਨਾਲ ਪਿਆਰ ਹੈ। ਉਹ ਚੜ੍ਹੇ ਦਿਨ ਆਪਣੇ ਪਤੀ ਨੂੰ ਮਿਲ ਕੇ ਰਾਤ ਦਾ ਬਿਰਤਾਂਤ ਪੁੱਛਦੀ ਹੈ। ਰਾਤ ਹਨੇਰਾ ਪੰਖੀਆਂ, ਚੱਕਵੀ ਚਿੰਦ ਹਨੇਰ ਨ ਰੁੱਝੇ। ਨਾ ਰੁੱਝੇ, ਰੁੱਝਦਾ ਨਹੀਂ। ਪੰਖੀਆਂ ਦੀਆਂ ਅੱਖਾਂ ਵਿੱਚ ਰਾਤ ਨੂੰ ਹਨੇਰਾ ਛਾ ਜਾਂਦਾ ਹੈ, ਪਰ ਚੱਕਵੀ ਦਾ ਮਨ ਹਨੇਰੇ ਕਰਕੇ ਹੀ ਨਹੀਂ ਰੁਕਦਾ। ਉਹ ਸੂਰਜ ਵੱਲ ਵੇਖਦੀ ਰਹਿੰਦੀ ਹੈ, ਸੂਰਜ ਵੱਲ ਵੇਖਦੀ ਰਹਿੰਦੀ ਹੈ। ਬਿੰਬ ਅੰਦਰ ਪ੍ਰਤੀਬਿੰਬ ਦੇਖ, ਭਰਤਾ ਜਾਨ ਸੁਜਾਨ ਸਮੁੱਝੇ। ਪ੍ਰਤੀਬਿੰਬ ਪਰਛਾਵਾਂ ਬਿੰਬ ਪਾਣੀ ਸਮੁੱਝੇ ਰਾਜ਼ੀ ਹੋ। ਤੋ ਚੱਕਵੀ ਪਾਣੀ ਵਿੱਚ ਆਪਣੇ ਪਤੀ ਦਾ ਪਰਛਾਵਾਂ ਦੇਖ ਕੇ ਆਪਣਾ ਭਰਤਾ ਜਾਣ ਕੇ ਵੀ ਭਟਕਦੇ ਨਹੀਂ, ਹਨੇਰੇ ਵਿੱਚ ਹੀ ਆਪਣਾ ਪਤੀ ਲੱਭ ਲੈਂਦੀ। ਦੇਖ ਪਿਛਾਵਾਂ ਪਵੇ। ਇਹ ਗੱਲਾਂ ਦੇਖੋ ਭਾਈ ਗੁਰਦਾਸ ਜੀ ਜਾਣਦੇ, ਸਾਨੂੰ ਇੰਨੀਆਂ ਡੂੰਘੀਆਂ ਗੱਲਾਂ ਪਤਾ ਹੀ ਨਹੀਂ। ਭਾਈ ਗੁਰਦਾਸ ਦੀ 84 ਲੱਖ ਜੂਨਾਂ ਬਾਰੇ ਵੀ ਜਾਣਦੇ ਆ, ਸਾਨੂੰ ਇਹ ਗੱਲਾਂ ਪਤਾ ਹੈ। ਪਾਣੀ 'ਚ ਪਰਛਾਵਾਂ ਦੇਖ ਕੇ ਆਪਣਾ ਪਤੀ ਲੱਭ ਲੈਂਦੀ, ਸਾਨੂੰ ਪਤਾ ਹੀ ਨਹੀਂ ਹੈ। ਦੇਖ ਪਿਛਾਵਾ ਪਵੇ ਖੂਹ, ਡੁੱਬ ਮਰੇ ਸ਼ੀ ਲੋਇਨ ਲੁੱਝੇ। ਸ਼ੇਰ ਆਪਣਾ ਪਰਛਾਵਾਂ ਖੂਹ ਵਿੱਚ ਦੇਖ ਕੇ ਖੂਹ ਵਿੱਚ ਡੁੱਬ ਮਰਦਾ ਅਤੇ ਆਪਣੀਆਂ ਅੱਖਾਂ ਨਾਲ ਲੜਦਾ ਹੈ। ਸੋ ਖੋਜੀ ਖੋਜੇ ਖੋਜ ਲੈ, ਵਾਦੀ ਵਾਦ ਕਰਿੰਦੜ ਖੁੱਝੇ। ਤੇ ਗੁਰਮੁਖ ਖੋਜੀ ਗੁਰਬਾਣੀ ਖੋਜ ਕੇ ਰੱਬ ਨੂੰ ਲੱਭ ਲੈਂਦੇ ਹਨ, ਪਰ ਝਗੜਾਲੂ ਝਗੜਾਈ ਕਰਦਾ ਰਹਿੰਦਾ, ਅਸਲੀਅਤ ਤੋਂ ਖੁੰਝ ਜਾਂਦਾ ਹੈ। ਗੋਰਸ ਗਾਈ ਹਸਤਿਨ ਦੂਜੇ। ਗੋਰਸ ਗਾਈ ਗਊ ਦਾ ਦੁੱਧ ਹਸਤੀ ਤੋਂ ਚੋਂਦੇ ਹਨ, ਦੂਜੇ ਚੋਂਦੇ ਹਨ। ਦੂਜੇ ਗਾਂ ਦਾ ਦੁੱਧ ਹੱਥਣੀ ਤੋਂ ਨਹੀਂ ਮਿਲ ਸਕਦਾ। ਨਹੀਂ, ਗਾਂ ਦਾ ਦੁੱਧ ਹੱਥਣੀ ਤੋਂ ਨਹੀਂ ਮਿਲ ਸਕਦਾ। ਕੌਣ ਚੋਏਗਾ, ਕੌਣ ਚੋਣ ਜਾਏਗਾ? ਮਤਲਬ ਅਸੀਂ ਕਰ ਕੀ ਰਹੇ ਹਾਂ, ਕਰਨਾ ਕੀ ਆ ਭਾਈ? ਸਾਨੂੰ ਦੱਸਦੇ ਆ ਕਿੱਧਰ ਜਾਣਾ ਭਾਈ। ਤੁਸੀਂ ਗਾਂ ਦਾ ਦੁੱਧ ਹੱਥਣੀ ਤੋਂ ਚੋ ਰਹੇ ਹੋ। ਪੌੜੀ ਤੀਜੀ। ਸਤਸੰਗ ਤੋਂ ਵਿਛੜ ਕੇ ਜਮਾ ਦੀ ਫਾਈ ਮਿਲਦੀ ਹੈ। ਸਾਵਣ ਵਨ ਹਰਿਆਵਲੇ, ਵੁੱਠੇ ਸੁੱਕੇ ਅੱਕ ਜਵਾਹਾ। ਵੁੱਠੇ ਮੀਂਹ ਪੈਣ ਤੇ, ਸਾਵਣ ਮਹੀਨੇ ਮੀਂਹ ਵਸਣ ਨਾਲ ਸਾਰੇ ਬੂਟੇ ਹਰੇ ਹੋ ਜਾਂਦੇ ਹਨ, ਪਰ ਅੱਕ ਤੇ ਜਵਾਹਾਂ ਇਹ ਨਹੀਂ, ਇਹ ਸੁੱਕੇ ਹੀ ਰਹਿੰਦੇ ਹਨ। ਇਹਨਾਂ ਨੂੰ ਕੋਈ ਮੀਂਹ ਨਾਲ ਫਰਕ ਹੀ ਨਹੀਂ, ਚੰਗੇ ਨਹੀਂ ਲੱਗਦੇ। ਚੇਤ ਬਨਸਪਤ ਮੁਹਾਲੀਏ, ਅਪਤ ਕਰੀਰ ਨਾ ਕਰੇ ਉਸਾਹ। ਚੇਤ ਬਸੰਤ ਮਹੀਨਾ, ਤਾਂ ਬਸੰਤ ਮਹੀਨੇ ਵਿੱਚ ਸਾਰੀ ਬਨਸਪਤੀ ਫਲਦੀ ਫੁੱਲਦੀ ਹੈ, ਪਰ ਕਰੀਰ ਦਾ ਰੁੱਖ ਪੱਤਿਆਂ ਤੋਂ ਖਾਲੀ ਹੋ ਜਾਂਦਾ। ਦੇਖ ਲਓ ਭਾਈ ਗੁਰਦਾਸ ਨੂੰ ਇੱਕ ਗੱਲ ਦਾ ਪਤਾ। ਸੁਫਲ ਫਲੰਦੇ ਬਿਰਖ ਫਲ, ਸਿੰਬਲ ਅਫਲ ਰਹੇ ਅਵਿਸਾਹਾ। ਸਾਰੇ ਬਿਰਛਾਂ ਨੂੰ ਫਲ ਲੱਗਦੇ ਹਨ, ਪਰ ਬੇਵਸਾਇਆ ਸਿੰਬਲ ਦਾ ਬਿਰਛ ਫਲ ਹੀਨ ਤੋਂ ਹੀ ਬਗੈਰ ਰਹਿੰਦਾ। ਚੰਨਣ ਵਾਸ ਬਨਾਸ ਪਤ, ਵਾਸ ਨਿਵਾਸ ਨ ਉੱਬੇ ਸਾਹ। ਚੰਦਨ ਦੀ ਵਾਸ਼ਨਾ ਨਾਲ ਸਾਰੀ ਬਨਸਪਤੀ ਸੁਗੰਧਿਤ ਹੋ ਜਾਂਦੀ ਹੈ,
ਪਰ ਚੰਦਨ ਦੀ ਸੁਗੰਧੀ ਵਾਂਸ ਵਿੱਚ ਨਿਵਾਸ ਨਹੀਂ ਕਰਦੀ, ਜਿਸ ਕਰਕੇ ਉਹ ਠੰਡੇ ਸਾਹ ਹੀ ਲੈਂਦਾ ਰਹਿੰਦਾ, ਉੱਭੇ ਸਾਹ, ਠੰਡੇ ਸਾਹ। ਪਾਪ ਸਾਹ ਸਾਹ ਕਰਦਾ ਰਹਿੰਦਾ ਹੈ, ਸਾਹ ਸਾਹ ਕਰਦਾ ਰਹਿੰਦਾ। ਸੰਖ ਸਮੁੰਦਰੋਂ ਸਖਣਾ, ਦੁਖਿਆਰਾ ਰੋਵੇ ਦੇ ਧਾ। ਸੰਖ ਸਮੁੰਦਰ ਤੋਂ ਵਿਛੜ ਕੇ ਰੋਜ਼ ਸਵੇਰੇ ਧਾਹਾਂ ਮਾਰ ਮਾਰ ਰੋਂਦਾ, ਧਾਹਾਂ ਮਾਰ ਮਾਰ ਰੋਂਦਾ। ਤੋ ਬਗਲ ਸਮਾਧੀ ਗੰਗ ਵਿੱਚ ਸੋ ਝੀਂਗੇ ਚੁਣ ਖਾਏ ਪਿਛਾਹ। ਸੋ ਬਗਲੇ ਵਾਂਗੂ ਪਿਆਰ ਨਾਲ ਸਮਾਧੀਆਂ ਲਾ ਕੇ ਬੈਠਦੇ ਹਨ। ਪਖੰਡੀ ਤੀਰਥਾਂ ਤੇ ਜਾ ਕੇ ਚੁਣ ਚੁਣ ਕੇ ਮੱਛੀਆਂ ਹੀ ਖਾਂਦਾ, ਝੀਂਗੇ ਖਾਂਦਾ। ਪਿੱਛੇ ਕਰਾਉਂਦੇ ਹਨ, ਮੰਗ ਮੰਗ ਕੇ ਵੀ ਮੱਛੀਆਂ ਹੀ ਖਾਂਦਾ। ਸਾਥ ਵਿਛੁੰਨੇ ਮਿਲਦਾ ਫਾਹ। ਸਾਧ ਸੰਗਤ ਤੋਂ ਵਿਛੜਿਆ, ਸਾਧ ਸੰਗਤ ਤੋਂ ਵਿਛੜਿਆ, ਸਾਥ ਵਿਛੁੰਨੇ ਮਿਲਦਾ ਫਾਹ। ਉਸਨੂੰ ਜਮਾ ਦਾ ਫਾਹਾ ਹੀ ਪੈਂਦਾ ਭਾਈ। ਨਰਕਾਂ ਹੀ ਮਿਲਦੀਆਂ ਹਨ, ਮਨਮੁਖ ਨੂੰ ਨਰਕਾਂ ਹੀ ਮਿਲਦੀਆਂ। ਪੌੜੀ ਚੌਥੀ। ਜੋ ਬੀਜੇ ਹੋਏ ਸੋ ਉਗਵੇ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਦੇਖੇ। ਭਾਈ ਜੋ ਆਪ ਭਲਾ ਹੈ ਉਸਦੇ ਭਾਣੇ ਸਾਰਾ ਜਗਤ ਭਲਾ ਹੈ। ਕਿਉਂ? ਜੋ ਭਲਾ ਪੁਰਸ਼ ਸਾਰਿਆਂ ਨੂੰ ਭਲਾ ਹੀ ਦੇਖਦਾ ਤੇ ਭਲਾ ਹੀ ਸਮਝਦਾ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ। ਜੋ ਆਪ ਬੁਰਾ ਹੈ ਉਸਨੂੰ ਸਾਰਾ ਜਗਤ ਹੀ ਬੁਰਾ ਲੱਗਦਾ। ਕਿਉਂ? ਜੋ ਬੁਰੇ ਦੇ ਭਾਣੇ ਸਭ ਬੁਰੇ ਹੀ ਹਨ। ਤੋ ਕ੍ਰਿਸ਼ਨ ਸਚਾਈ ਪਾਂਡਵਾ, ਭਾਏ ਭਗਤ ਕਰਤੂਤ ਵਸੇਖੇ। ਕ੍ਰਿਸ਼ਨ ਨੇ ਪਾਂਡਵਾਂ ਦੀ ਸਹਾਇਤਾ ਕੀਤੀ ਕਿਉਂਕਿ ਉਹਨਾਂ ਵਿੱਚ ਪ੍ਰੇਮਾ ਭਗਤੀ ਦੀ ਕਿਰਿਆ ਉਦਮ ਸੀ, ਪ੍ਰੇਮਾ ਭਗਤੀ ਬਹੁਤ ਸੀ ਤਾਂ ਕੀਤੀ। ਵੈਰ ਭਾਉ ਚਿਤ ਕੈਰਵਾਂ, ਗੰਤੀ ਗੰਤ ਅੰਦਰ ਕਾ ਲੇਖੇ। ਕੌਰਵਾਂ ਦੇ ਮਨ ਵਿੱਚ ਵੈਰ ਭਾਵ ਸੀ ਤੇ ਉਹ ਵੈਰ ਭਾਵ ਦੀਆਂ ਗਿਣਤੀਆਂ ਵਿੱਚ ਰਹਿੰਦੇ ਸੀ। ਅੰਤ ਉਹਨਾਂ ਮੱਥੇ ਤੇ ਕਾਲਕ ਦਾ ਟਿੱਕਾ ਹੀ ਮਿਲਿਆ, ਕਲੇਖੇ। ਸੋ ਭਲਾ ਬੁਰਾ ਪਰਵੰਨਿਆ, ਭਾਲਣ ਗਏ ਨਾ ਦਿਸ਼ਟ ਸਰੇਖੇ। ਸੋ ਭਾਲਣ ਗਏ, ਮਾਨਣੀਏ ਦੇ ਰਾਜੇ ਭਲਾ ਤੇ ਬੁਰਾ ਲੱਭਣ ਲਈ ਗਏ, ਪਰ ਦੋਵਾਂ ਦੇ ਸ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ, ਦੋਵਾਂ ਦੀ ਦ੍ਰਿਸ਼ਟੀ ਇੱਕੋ ਜਿਹੀ ਨਹੀਂ ਸੀ। ਸੋ ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਦੁਰਯੋਧਨ ਨੂੰ ਭਲਾ ਨਾ ਭੇਖੇ। ਤੋ ਯੁਧਿਸ਼ਠਿਰ ਨੂੰ ਕੋਈ ਬੁਰਾ ਨਜ਼ਰ ਨਹੀਂ ਸੀ ਆਉਂਦਾ ਤੇ ਦੁਰਯੋਧਨ ਨੂੰ ਕੋਈ ਚੰਗਾ ਨਜ਼ਰ ਨਹੀਂ ਸੀ ਆਉਂਦਾ। ਕਰਵੇ ਹੋਏ ਸੋ ਟੋਟੀ ਰੇਖੇ। ਸੋ ਮਿੱਟੀ ਦੇ ਕਰਵੇ ਵਿੱਚ ਜੋ ਹੁੰਦਾ ਹੈ ਉਹ ਟੂਟੀ ਦੀ ਧਾਰ ਤੋਂ ਪ੍ਰਤੀਤ ਹੋ ਜਾਂਦਾ ਹੈ। ਪੌੜੀ ਪੰਜਵੀਂ। ਜੋ ਅੰਦਰ ਹੈ ਨਾ, ਇਹੋ ਗੱਲ ਹੈ। ਸਰੀਰ ਦੀ ਜਿਹੜੀ ਤੁਹਾਡੀ ਬਨਾਵਟ ਹੈ ਨਾ, ਉਹ ਤੁਹਾਡੀ ਥਿੰਕਿੰਗ ਹੈ ਨਾ ਦੱਸ ਦਿੰਦੀ ਹੈ ਤੁਹਾਡੀ ਕੀ ਥਿੰਕਿੰਗ ਹੈ। ਇਹੋ ਹੀ ਤਾਂ ਗੱਲ ਦੇਖਣੀ ਹੈ। ਪੌੜੀ ਪੰਜਵੀਂ। ਧਰਮਰਾਜ ਪਾਪੀਆਂ ਨੂੰ ਮਾਰਦਾ। ਸੂਰਜ ਘਰ ਅਵਤਾਰ ਲੈ, ਧਰਮ ਵਿਚਾਰਨ ਜਾਏ ਬਹਿਠਾ। ਅਵਤਾਰ ਲੈ ਜਨਮ ਲੈ ਕੇ, ਸੂਰਜ ਦੇ ਘਰ ਜਨਮ ਲੈ ਕੇ, ਕਹਾਵਤ ਹੈ ਸੱਚਾਈ ਨਹੀਂ ਹੈ। ਤੋ ਧਰਮਰਾਜ ਇਨਸਾਫ ਕਰਨ ਲਈ ਗੱਦੀ ਉੱਤੇ ਜਾ ਬੈਠਾ। ਭਾਈ ਸਾਹਿਬ ਉੱਦਾਂ ਹੀ ਲਿਖੀ ਜਾਂਦੇ, ਚਲੋ ਤੁਹਾਡੇ ਨਾਲ। ਨਾਨਕ ਜੀ ਉਪਾਏ ਕੇ ਲਿਖਣਾ ਵੇ ਧਰਮ ਬਹਾਲਿਆ। ਸੋ ਮੂਰਤ ਇੱਕ ਨਾਉ ਦੋਏ, ਧਰਮ ਰਾਏ ਜਮ ਦੇਖ ਸਰਿੱਠਾ। ਉਸਦੀ ਮੂਰਤ ਇੱਕ ਹੈ ਪਰ ਨਾਂ ਦੋ ਹਨ। ਸਾਰੀ ਸ੍ਰਿਸ਼ਟੀ ਨੇ ਧਰਮਰਾਜ ਦੇ ਜਮਦੂਤਾਂ ਤੇ ਦੋਵਾਂ ਰੂਪਾਂ ਵਿੱਚ ਹੀ ਦੇਖਿਆ ਹੈ। ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜਮ ਡਿੱਠਾ। ਧਰਮੀਆਂ ਨੇ ਧਰਮਰਾਜ ਨੂੰ ਭਲਾ ਚੰਗਾ ਦੇਖਿਆ, ਪਰ ਪਾਪ ਕਮਾਉਣ ਵਾਲੇ ਪਾਪੀਆਂ ਨੇ ਜਮਦੂਤਾਂ ਨੂੰ ਬਹੁਤ ਬੁਰਾ ਦੇਖਿਆ। ਪਾਪੀ ਨੂੰ ਪਛੜਾਇਂਦਾ, ਧਰਮੀ ਨਾਲ ਬੋਲਿੰਦਾ ਮਿੱਠਾ। ਸੋ ਪਾਪੀਆਂ ਨੂੰ ਜਮਦੂਤ ਪਛਾੜ ਕੇ ਮਾਰਦਾ ਹੈ ਤਾਂ ਧਰਮੀਆਂ ਨਾਲ ਧਰਮਰਾਜ ਹੋਣ ਕਰਕੇ ਮਿੱਠਾ ਬੋਲਦਾ। ਵੈਰੀ ਦੇਖਣ ਵੈਰ ਭਾਵ, ਮਿੱਤਰ ਭਾਏ ਕਰ ਦੇਖਣ ਇੱਠਾ। ਵੈਰੀ ਉਸਨੂੰ ਬਹੁਤ ਵੈਰ ਭਾਵ ਨਾਲ ਦੇਖਦੇ ਹਨ ਤੇ ਪ੍ਰੇਮੀ ਲੋਕ ਮਿੱਤਰ ਭਾਵ ਨਾਲ ਪਿਆਰਾ ਵੇਖਦੇ ਹਨ। ਨਰਕ ਸੁਰਗ ਵਿੱਚ ਪੁੰਨ ਪਾਪ, ਵਰ ਸਰਾਪ ਜਾਣਨ ਅਬਰਿੱਠਾ। ਸੋ ਪਾਪ ਪੁੰਨ ਦਾ ਫਲ ਨਰਕ ਤੇ ਸੁਰਗ ਵਿੱਚ ਮਿਲਦਾ ਹੈ। ਤੋ ਧਰਤੀ ਤੇ ਵਰ ਸਰਾਪ, ਦੁੱਖ ਸੁੱਖ
ਕਰਮ ਅਨੁਸਾਰ ਦ੍ਰਿੜ ਹੁੰਦਾ ਹੈ। ਤੋ ਦਰਪਨ ਰੂਪ ਜਵੇ ਹੀ ਪਿੱਠ, ਤੋ ਜਿਹੋ ਜਿਹੀ ਸ਼ਕਲ ਹੋਵੇ ਨਾ ਉਹੋ ਜਿਹੀ ਸ਼ੀਸ਼ੇ ਵਿੱਚ ਨਜ਼ਰ ਆਉਂਦੀ ਹੈ। ਜੇ ਗੱਲ ਤਾਂ ਉਹੀ ਹੈ, ਜਿਹੋ ਜਿਹੀ ਤੁਹਾਡੀ ਸੋਚ ਹੈ ਨਾ ਉਹੋ ਜਿਹੇ ਤੁਹਾਡੇ ਕਰਮ ਨੇ। ਪੌੜੀ 6ਵਾਂ। ਗੁਰਮੁਖ ਦਾ ਹਿਰਦਾ ਸ਼ੁੱਧ ਹੁੰਦਾ ਹੈ, ਜਿਉ ਕਰ ਨਿਰਮਲ ਆਰਸੀ ਸਭਾ ਸ਼ੁੱਧ ਸਭ ਕੋਈ ਦੇਖੇ। ਆਰਸੀ ਹੁੰਦਾ ਸ਼ੀਸ਼ਾ, ਦਰਪਣ ਵੀ ਸ਼ੀਸ਼ਾ। ਜਿਵੇਂ ਨਿਰਮਲ ਸ਼ੀਸ਼ੇ ਨੂੰ ਸਭਾ ਵਿੱਚ ਸਾਰੇ ਸ਼ੁਭ ਦੇਖਦੇ ਹਨ, ਉਜਲ ਤੇ ਸਾਫ਼ ਹੈ। ਗੋਰਾ ਗੋਰਾ ਦਿਸਦਾ, ਕਾਲਾ ਕਾਲੇ ਵੰਨ ਵਸੇਖੇ। ਉਸ ਵਿੱਚ ਗੋਰੇ ਦਾ ਮੂੰਹ ਗੋਰਾ ਦਿਸਦਾ ਹੈ ਤੇ ਕਾਲੇ ਨੂੰ ਕਾਲਾ ਰੰਗ ਪ੍ਰਤੀਤ ਹੁੰਦਾ ਹੈ। ਹੱਸ ਹੱਸ ਦੇਖੇ ਹਸਤਮੁਖ, ਰੋਂਦਾ ਰੋਵਨ ਹਾਰ ਸੁਲੇਖੇ। ਤੋ ਹੱਸਣ ਵਾਲਾ ਆਪਣਾ ਹੱਸਦਾ ਮੂੰਹ ਦੇਖਦਾ ਹੈ ਤੇ ਰੋਣ ਵਾਲਾ ਰੋਂਦੜ ਮੂੰਹ ਦੇਖਦਾ। ਲੇਪ ਨ ਲੱਗੇ ਆਰਸੀ ਛੇ ਦਰਸ਼ਨ ਦ੍ਰਿਸ਼ਟ ਬਹੁ ਭੇਖੇ। ਉਸ ਸ਼ੀਸ਼ੇ ਨੂੰ ਕੋਈ ਦੋਖ ਨਹੀਂ ਲੱਗਦਾ, ਭਾਵੇਂ 6 ਦਰਸ਼ਨਾਂ ਦੇ ਬਹੁਤ ਭੇਖ ਉਸ ਵਿੱਚ ਦਿਸਦੇ ਹਨ। ਦੁਰਮਤ ਦੂਜਾ ਭਾਵ ਹੈ ਵੈਰ ਵਿਰੋਧ ਕ੍ਰੋਧ ਕੁਲੇਖੇ। ਖੋਟੀ ਮਤ ਵਾਲਿਆਂ ਵਿੱਚ ਦਵੈਕ ਭਾਵ ਹੁੰਦਾ ਹੈ, ਇਸ ਲਈ ਉਹ ਵੈਦ ਵਿਰੋਧ ਤੇ ਕ੍ਰੋਧ ਦੇ ਖੋਟੇ ਲੇਖ ਕਰਦੇ ਹਨ, ਲਿਖਦੇ ਹਨ। ਕੁਲੇਖੇ। ਗੁਰਮਤਿ ਨਿਰਮਲ ਨਿਰਮਲਾ ਸਮਦਰਸੀ ਸਮਦਰਸ ਸੁਰੇਖੇ। ਸੋ ਗੁਰੂ ਦੀ ਮੱਤ ਲੈਣ ਵਾਲਾ ਅੰਮ੍ਰਿਤਧਾਰੀ ਗੁਰਸਿੱਖ ਦਾ ਮਨ ਨਿਰਮਲ ਹੁੰਦਾ ਹੈ, ਇਸ ਕਰਕੇ ਉਹ ਹੋਰਨਾਂ ਨੂੰ ਆਪਣੇ ਜਿਹਾ ਸਮਦਰਸ ਤੇ ਸ੍ਰਿਸ਼ਟ ਜਾਣਦੇ ਹਨ। ਭਲਾ ਬੁਰਾ ਹੋਏ ਰੂਪ ਨ ਰੇਖੇ, ਤੇ ਗੁਰਸਿੱਖ ਵਿੱਚ ਭਲੇ ਬੁਰੇ ਕੋਈ ਰੂਪ ਰੇਖ ਨਹੀਂ ਰਹਿੰਦਾ। ਗੁਰਸਿੱਖ ਵਿੱਚ ਕੋਈ ਭਲਾ ਬੁਰੇ ਵਾਲੀ ਰੂਪ ਰੇਖ ਨਹੀਂ ਰਹਿੰਦੀ। ਪੌੜੀ 7ਵੀਂ। ਖੋਟੇ ਪੁਰਸ਼ਾਂ ਨੂੰ ਮਾਰ ਪੈਂਦੀ ਹੈ। ਇੱਕ ਤਾਂ ਸੂਰਜ ਹੱਥ ਵੇ, ਰਾਤ ਹਨੇਰੀ ਚਮਕਣ ਤਾਰੇ। ਐਗਜ਼ਾਮਪਲਾਂ ਦੇਖ ਲਓ ਕਿੱਡੀ ਵਧੀਆ। ਇੱਕ ਪਾਸੇ ਸ਼ਾਮ ਨੂੰ ਜਦੋਂ ਸੂਰਜ ਡੁੱਬਦਾ ਹੈ ਤਾਂ ਹਨੇਰੀ ਰਾਤ ਨੂੰ ਤਾਰੇ ਚਮਕਦੇ ਹਨ। ਸ਼ਾਹ ਸਵਨ ਘਰ ਆਪਣੇ, ਚੋਰ ਫਿਰਨ ਘਰ ਮੁਸਨ ਹਾਰੇ। ਸ਼ਾਹ ਘਰ ਵਾਲੇ ਆਪਣੇ ਘਰਾਂ ਵਿੱਚ ਸੌਂਦੇ ਹਨ, ਚੋਰ ਚੋਰੀਆਂ ਕਰਨ ਲਈ ਠੱਗਣ ਲਈ ਤੁਰੇ ਫਿਰਦੇ ਹਨ। ਜਾਗਨ ਵਿਰਲੇ ਪਾहरू ਰੂ ਆਇਨ ਹੁਸ਼ਿਆਰ ਬਿਦਾਰੇ। ਸੋ ਪਹਿਰਾ ਦੇਣ ਵਾਲੇ ਵਿਰਲੇ ਜਾਗ ਕੇ ਪੁਕਾਰਦੇ ਹਨ, तो गुरु जी पुकारते हैं कि हुशियार हो जाओ। सुखमादक दैवी गुना तो अमृत रस लुटे जा रहे हैं, हुशियार हो जाओ। हुशियार बिदारू, हुशियार हो जाओ भाई। मुसनहारे हुंदा ठगण वाले, पैरू हुंदा पैरवा देन वाले। बिदारे मैंने जागे, बिदारे जागे, जागते रहते हैं। सो जाग जगाए ने सुते हाँ, शाह फड़न दे चोर चंगारे। तो आप जगा जाग के सुत्या होया नू जगा देंदे हैं। शाह लोक नाम दे शाह जाग के आदक चोरां ते ठग्गां नू फड़ लेंदे हैं। जागदे हाँ कर रखिया, सुते कर मुसन विचारे। सो विकारां तो सुचेत रहन वाले अपना घर बचा लेंदे हैं, ते विकारां सुते होए मनमुख अपना घर लुटा लेंदे हैं। शाह ए घर अपने, चोर सार लै गर्दन मारे। नाम दे शाह गुरमुख प्यारे अपने घरां विच दसम द्वारे सचखंड दा आनंद माणदे हन, ते कमादत चोर यारां नूं गर्दन तो फड़ के थां मारदे हन। लै गर्दन मारे, उत्थे फड़ के थां मारदे। भले बुरे बर्तन संसारे, भले बुरे संसार विखे इउं वरत रहे हैं। पौड़ी 8वीं। गुरमुख प्रभु दे भै विच रहिंदे। मौले अंब बसंत रुत, औड़ी अख सफुल्ली भरिया। औड़ी सुक्की पर गर्मी विच। अंब बसंत दी रुत विच फलदा है, पर गर्मी विच सोके समय अख फुल्लां नाल भरिया हुंदा है। तो अंब न लगे खखड़ी, अख न लगे अंब अफरिया। तो अंब नूं अख दी खखड़ी नहीं लगती, ते अख नूं अंब दे फल नहीं लगते। वो फलिया रहिंदा है, आ फलिया फल नहीं लगता। काइल कोयल अंब वन, कत टिड अख तिड, चित मिताला हरिया। काली कोयल अंब दे बृछ नूं पसंद करती है, पर अख टिड्डा दा मन अख मित्र नूं मिल के ही हरा हुंदा। जहर है वो, मतलब जहर खांदा।
ਮਨ ਪਖੇਰੂ ਬਿਰਧ ਭੇਦ, ਸੰਗ ਸੁਭਾਉ ਸੋਈ ਫਲ ਧਰਿਆ। ਮਨ ਪੰਛੀ ਦੀ ਤਰ੍ਹਾਂ ਉੱਡਦਾ ਹੈ, ਬਿਰਛਾਂ ਦੀ ਸੰਗਤ ਦਾ ਫਰਕ ਵੱਖਰੇ ਵੱਖਰੇ ਹੋਣ ਕਰਕੇ ਜਿਹੀ ਸੰਗਤ ਦਾ ਸੁਭਾਅ ਹੁੰਦਾ ਹੈ ਤਿਹਾ ਹੀ ਫਲ ਮਿਲਦਾ। ਜਿਵੇਂ ਕੋਈ ਲੰਬ ਖਾਂਦੀ ਹੈ, ਅੱਖ ਡਿੱਡਾ ਅੱਖ ਜ਼ਹਿਰ ਖਾਂਦਾ ਹੈ, ਮਨਮੁਖ ਵਿਸ਼ਈ ਵਿਕਾਰੀ ਜ਼ਹਿਰ ਖਾਂਦਾ, ਗੁਰਮੁਖ ਅੰਮ੍ਰਿਤ ਪੀਂਦਾ, ਅੰਮ੍ਰਿਤ ਰਸ ਪੀਂਦਾ। ਸੰਗਤ ਦਾ ਹੀ ਫਰਕ ਹੈ। ਗੁਰਮੁਖ ਡਰਦਾ ਸਾਧ ਸੰਗ, ਦੁਰਮਤ ਸੰਗ ਅਸਾਧ ਨਾ ਡਰਿਆ। ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ ਸਤਸੰਗੀ ਪ੍ਰਭੂ ਤੋਂ ਡਰਦਾ ਹੈ, ਪਰ ਖੋਟੀ ਮਤ ਵਾਲਾ ਖੋਟਿਆਂ ਦੀ ਵਿਕਾਰੀਆਂ ਦੀ ਸੰਗਤ ਕਰਨ ਕਰਕੇ ਪ੍ਰਭੂ ਤੋਂ ਡਰਦਾ ਹੀ ਨਹੀਂ। ਭਗਤ ਵਛਲ ਵੀ ਆਖੀਐ, ਪਤਤ ਉਦਾਹਰਣ ਪਤਤ ਉਧਰਿਆ। ਪ੍ਰਭੂ ਨੂੰ ਭਗਤੀ ਨਾਲ ਪਿਆਰ ਕਰਨ ਵਾਲਾ ਆਖੀਦਾ ਹੈ, ਤਾਂ ਪਾਪੀਆਂ ਨੂੰ ਬਚਾਉਣ ਵਾਲਾ ਵੀ ਉਹੀ ਪਤਤ ਉਦਾਹਰਣ ਹੈ। ਜੋ ਤਿਸ ਭਾਣਾ ਸੋਈ ਤਰਿਆ। ਭਾਈ ਜੋ ਉਸ ਨੂੰ ਚੰਗਾ ਲੱਗਦਾ ਉਹ ਤਰ ਜਾਂਦਾ ਹੈ। ਚੰਗਾ ਕੌਣ ਹੈ? ਜੋ ਭਗਤੀ ਕਰਦਾ। ਭਗਤੀ ਕੀ ਹੈ? ਵਾਹਿਗੁਰੂ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜਨੀ ਤੇ ਮਨ ਇਕਾਗਰ ਕਰਨਾ। ਪੌੜੀ 9ਵੀਂ। ਬੁਰੇ ਕਰਮਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਉਧਰੀ ਪੂਤਨਾ ਵਿਓ ਪਿਆਲਣ ਕੰਮ ਨਾ ਚੰਗਾ ਪੰਗਾ। ਉਹ ਭਾਈ ਜੇਕਰ ਕ੍ਰਿਸ਼ਨ ਨੂੰ ਜ਼ਰੀਲਾ ਥਨ ਚੰਗਾਉਣ ਵਾਲੀ ਪੂਤਨਾ ਰਾਖਸ਼ਣੀ ਦਾ ਉਧਾਰ ਹੋ ਗਿਆ ਹੈ ਤੇ ਤਾਂ ਕਿਸੇ ਨੂੰ ਜ਼ਹਿਰ ਦੇਣਾ ਚੰਗਾ ਕੰਮ ਨਹੀਂ। ਵੀ ਆਪਾਂ ਹੁਣ ਜ਼ਹਿਰ ਦੇ ਦਈਏ ਸਾਡਾ ਵੀ ਉਧਾਰ ਹੋ ਜਾਏਗਾ। ਗਨਗਾ ਉਧਰੀ ਆਖੀਏ ਪਰ ਕਰ ਜਾਏ ਨਾ ਲਈਏ ਪੰਗਾ। ਪੰਗਾ ਕਲੰਕ। ਜੇ ਵੇਸ਼ਵਾ ਮੁਕਤ ਹੋ ਗਈ ਗਨਕਾ ਕਹੀ ਜਾਂਦੀ ਹੈ ਤੇ ਇਸ ਤੋਂ ਭਾਵੇਂ ਨਹੀਂ ਕਿ ਆਪਾਂ ਵੀ ਕੰਜਰੀਆਂ ਨੂੰ ਪਰਾਏ ਘਰ ਜਾਣ ਤੋਂ ਭੋਗਣ ਜਾਇਆ ਕਰੀਏ, ਕਲੰਕ ਲਵਾਈਏ ਤੇ ਅਸੀਂ ਵੀ ਤਰ ਜਾਵਾਂਗੇ। ਜੇਕਰ ਪਿਛਲੇ ਚੰਗੇ ਕਰਮਾਂ ਕਰਕੇ ਕੰਜਰੀ ਤਰ ਗਈ ਤਾਂ ਅਸੀਂ ਨਹੀਂ ਤਰ ਜਾਣਾ। ਮਤਲਬ ਉਹ ਤਾਂ ਅਚਾਨਕ ਤਰ ਗਈ, ਚੰਗੇ ਸੰਤ ਆਏ ਤਰ ਗਏ। ਬਾਲਮੀਕ ਨਿਸਤਾਰਿਆ ਮਾਰੇ ਵਾਟ ਨਾ ਹੋਏ ਨਿਸੰਗਾ। ਤੇ ਜੇ ਬਾਲਮੀਕ ਤਰ ਗਿਆ ਤਾਂ ਭਾਵ ਇਹ ਨਹੀਂ ਕਿ ਅਸੀਂ ਵੀ ਬੇਡਰ ਹੋ ਕੇ ਰਾਹ ਵਿੱਚ ਲੋਕਾਂ ਨੂੰ ਲੁੱਟਣ ਲੱਗ ਪਈਏ ਤੇ ਮਾਰਨ ਲੱਗ ਪਈਏ ਬੇਫਿਕਰ ਹੋ ਕੇ। ਤੋ ਫੰਦਕ ਉਧਰੇ ਆਖੀਆਂ ਪਾਹੀ ਫਾਏ ਨਾ ਫੜੀਏ ਟੰਗਾ। ਤੋ ਇੱਕ ਸ਼ਿਕਾਰੀ ਤਰ ਗਿਆ ਤਾਂ ਭਾਵੇਂ ਨਹੀਂ ਕਿ ਜਾਲ ਵਿੱਚ ਜਾ ਕੇ ਮੱਛੀਆਂ ਨੂੰ ਟੰਗਾ ਤੋਂ ਫੜ ਕੇ ਮਾਰਨਾ ਸ਼ੁਰੂ ਕਰ ਦਈਏ। ਜੇ ਕਸਾਈ ਉਧਰਿਆ ਜੀਆਂ ਘਾਏ ਨਾ ਖਾਈਏ ਭੰਗਾ। ਤੇ ਜੇ ਕੋਈ ਬਖਸ਼ਿਸ਼ ਕਰਕੇ ਸਦਨਾ ਕਸਾਈ ਤਰ ਗਿਆ ਤਾਂ ਜੀਵਾਂ ਨੂੰ ਮਾਰ ਕੇ ਮਾਸ ਨਹੀਂ ਖਾਣਾ ਚਾਹੀਦਾ। ਪਾਰ ਉਤਾਰੇ ਬੋਇਥਾ ਸੋਇਨਾ ਲੋ ਨਾਹੀ ਇੱਕ ਰੰਗਾ। ਸੋ ਜਹਾਜ਼ ਲੋਹੇ ਤੇ ਸੋਨੇ ਦੋਹਾਂ ਨੂੰ ਸਮੁੰਦਰ ਨੂੰ ਪਾਰ ਕਰ ਦਿੰਦਾ ਜਹਾਜ਼, ਪਰ ਲੋਹੇ ਦੇ ਸੋਨੇ ਦਾ ਇੱਕ ਰੰਗ ਨਹੀਂ ਹੁੰਦਾ। ਪਾਰ ਤਾਂ ਦੋਵੇਂ ਹੀ ਉਤਰ ਗਏ। ਤੋ ਇਹ ਪਰਵਾਸੇ ਰਹਿਣ ਕੁਟੰਗਾ। ਤੋ ਇਸ ਭਰੋਸੇ ਤੇ ਰਹਿਣਾ ਕਿ ਮਾੜੇ ਕੰਮ ਕਰਦੇ ਰਹੀਏ ਅਸੀਂ ਵੀ ਤਰ ਜਾਵਾਂਗੇ, ਨਹੀਂ ਇਹ ਮਾੜਾ ਕੰਮ ਨਹੀਂ। ਉਹ ਭਲੇ ਬੁਰੇ ਕਰਮ ਹੀ ਅੰਤ ਨੂੰ ਨਾਲ ਜਾਂਦੇ ਹਨ। ਪੌੜੀ 10ਵੀਂ। ਪੈ ਖਜੂਰੀ ਜੀਵੀਏ ਚੜ ਖਜੂਰੀ ਝੜੋ ਨਾ ਕੋਈ। ਪੈ ਖਜੂਰੀ ਖਜੂਰ ਤੋਂ ਡਿੱਗ ਕੇ, ਝੜੋ ਡਿੱਗੇ। ਉਹ ਜੇ ਖਜੂਰ ਤੋਂ ਡਿੱਗ ਕੇ ਬਚ ਜਾਈਏ ਤਾਂ ਖਜੂਰ ਤੇ ਜਾਨ ਬੁੱਝ ਕੇ ਚੜ ਕੇ ਕੋਈ ਨਾ ਡਿੱਗੇ। ਉਹ ਤਾਂ ਬਚ ਗਿਆ, ਮੈਂ ਕਿਹੜਾ ਮਰਨ ਲੱਗਾ, ਮੈਂ ਉੱਤੋਂ ਛਾਲ ਮਾਰ ਦਿੰਦਾ। ਮਤਲਬ ਅਕਲ ਦੀ ਗੱਲ ਕੀਤੀ। ਜੇ ਕੋਈ ਬਚ ਗਿਆ ਖਜੂਰ ਤੋਂ ਡਿੱਗ ਕੇ ਤੇ ਜਾਨ ਬੁੱਝ ਕੇ ਉੱਤੋਂ ਛਾਲ ਮਾਰਨ ਲੱਗਾ, ਲੈ ਉਹ ਬਚ ਗਿਆ, ਮੈਂ ਕਿਹੜਾ ਮਰਨ ਲੱਗਾ। ਉੱਜੜ ਪਿਆ ਨਾ ਮਾਰੀਏ ਉੱਜੜ ਰਾਹ ਨਾ ਚੰਗਾ ਹੋਈ। ਜੇ ਉਜਾੜ ਜੰਗਲ ਵਿੱਚੋਂ ਕੋਈ ਬਚ ਕੇ ਆ ਜਾਈਏ ਤਾਂ ਉਜਾੜ ਵਿੱਚ ਜਾਣਾ ਚੰਗਾ ਨਹੀਂ, ਜੰਗਲ ਵਿੱਚ ਜਾਣਾ ਰਾਹ ਚੰਗਾ ਨਹੀਂ। ਜੇ ਕੋਈ ਬਚ ਕੇ ਆ ਗਿਆ ਤਾਂ ਮਤਲਬ ਇਹ ਨਹੀਂ ਕਿ ਆਪਾਂ ਵੀ ਚੱਲੀਏ। ਜੇ ਸੱਪ ਖਾਧਾ ਉੱਭਰੇ ਸੱਪ ਨਾ ਫੜੀਏ ਅੰਤ ਵਗੋਈ। ਜੇ ਸੱਪ ਦਾ ਡੰਗਿਆ ਬਚ ਗਿਆ ਤਾਂ ਸੱਪ ਨਹੀਂ ਫੜਨੇ ਚਾਹੀਦੇ, ਅੰਤ ਨੂੰ ਖੱਜਲ ਖੁਆਰੀ ਹੋਈਦਾ। ਸੋ ਵਹਿਨ ਵਹਿੰਦਾ ਨਿਕਲੇ ਤੋ ਵਿਨ ਤੁਲਹੇ ਡੁੱਬ ਮਰੇ ਭਲੋਈ। ਜੇ ਕੋਈ ਦਰਿਆ ਦੇ ਵਹਿਣ ਵਿੱਚੋਂ ਸਹੀ ਸਲਾਮਤ ਨਿਕਲ ਆਵੇ, ਕੁਦਰਤੀ ਬਚ ਗਿਆ, ਤਦ ਵੀ ਤੁਲਹੇ ਤੋਂ ਬਿਨਾਂ, ਬੇੜੀ ਤੋਂ ਬਿਨਾਂ ਦਰਿਆ ਵਿੱਚ ਨਹੀਂ ਜਾਣਾ ਚਾਹੀਦਾ। ਤੁਲਹੇ ਤੋਂ ਬਿਨਾਂ ਡੁੱਬ ਕੇ ਮਰ ਜਾਣਾ ਹੀ ਚੰਗਾ। ਮਰ ਜਾਣਾ, ਮਰ ਤਾਂ ਜਾਣਾ ਹੀ ਹੈ। ਪਤਤ ਉਦਾਹਰਨ ਆਖੀਏ ਵਿਰਤੀ ਹਾਨ ਜਾਨ ਵੇਲੋਈ। ਸੋ ਰੱਬ ਨੂੰ ਪਤਤ ਉਦਾਹਰਨ ਆਖੀਦਾ ਤੋ ਇਸ ਪ੍ਰਸੰਗ ਨੂੰ ਜਾਣਨ ਹਾਰੇ ਹੀ ਜਾਣਦੇ ਹਨ,
ਭਾਵ ਜੇ ਰੱਬ ਪਤਤ ਉਦਾਹਰਨ ਹੈ ਤੇ ਅਸੀਂ ਵਿਕਾਰੀ ਬਣੇ ਰਹੀਏ, ਮਤਲਬ ਇਹ ਹੈ ਵਿਰਤੀ ਹਾਂ ਤੋ ਅਸੀਂ ਵਿਕਾਰੀ ਬਣੇ ਰਹੀਏ, ਆਪੇ ਵਾਹਿਗੁਰੂ ਤਾਰ ਦੂਗਾ, ਆਪੇ ਤਾਰ ਲੂਗਾ, ਕਿਉਂਕਿ ਉਹ ਪਤਤ ਉਦਾਹਰਨ ਹੈ। ਮਲ ਗੱਲ ਸਮਝ ਗਿਆ ਨਾ, ਜੇ ਪਤਤ ਉਦਾਹਰਨ ਹੈ ਤਾਂ ਕਿਸੇ ਨੂੰ ਬਚਾ ਲਿਆ ਤੇ ਇਹਦਾ ਮਤਲਬ ਥੋੜਾ ਆਪਾਂ ਸਾਰੀ ਉਮਰ ਉਹਨੂੰ ਵਿਕਾਰ ਕਰਦੇ ਰਹੀਏ, ਬਾਬਾ ਪਤਤ ਉਦਾਹਰਨ ਸਾਨੂੰ ਤਾਰ ਲੂਗਾ। ਭਾਵ ਭਗਤ ਗੁਰਮਤ ਹੈ, ਦੂਜਾ ਦਰਗੇ ਲਹੇ ਨ ਟੋਈ। ਗੁਰੂ ਦੀ ਸਿੱਖਿਆ ਇਹ ਹੈ ਕਿ ਪ੍ਰੇਮ ਨਾਲ ਭਗਤੀ ਕਰੋ, ਪਿਆਰ ਨਾਲ ਵਾਹਿਗੁਰੂ 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 ਜਪਦੇ ਜਾਓ। ਖੋਟੀ ਮਤ ਵਾਲੇ ਵਿਕਾਰੀ ਮਨਮੁਖ ਨੂੰ ਸੱਚਖੰਡ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ, ਨਰਕਾਂ ਵਿੱਚ ਜਾਣਾ ਪੈਂਦਾ ਹੈ। ਸੋ ਅੰਤ ਕਮਾਣਾ ਹੋਏ ਸਬੋਈ। ਸੋ ਮਨੁੱਖ ਦੇ ਕੀਤੇ ਕਰਮ ਹੀ ਮਰਨ ਤੋਂ ਬਾਅਦ ਉਸਦੇ ਸਾਥੀ ਬਣਦੇ ਹਨ। ਸਥੋਈ ਨਾਮ ਜਪਣ ਵਾਲਾ ਸੱਚਖੰਡ, ਵਿਕਾਰੀ ਨਰਕਾਂ ਵਿੱਚ। ਪੌੜੀ 11। ਮਨਮੁਖ ਟੁੱਟੇ ਭਾਂਡੇ ਦੀ ਤਰ੍ਹਾਂ ਨਿਕੰਮਾ ਹੈ, ਟੁੱਟੇ ਭਾਂਡੇ ਦੀ। ਕਹਿੰਦਾ ਥੋਮ ਕਥੂਰੀ ਵਾਸ ਦਿਓ, ਕੰਚਨ ਲੋ ਨਹੀਂ ਇੱਕ ਵੰਨਾ। ਜਿਵੇਂ ਕਥੂਰੀ ਤੇ ਥੋਮ ਦੀ ਵਾਸ਼ਨਾ ਇੱਕੋ ਜਿਹੀ ਨਹੀਂ ਹੁੰਦੀ, ਤਿਵੇਂ ਸੋਨੇ ਤੇ ਲੋਹੇ ਦਾ ਰੰਗ ਇੱਕੋ ਜਿਹਾ ਨਹੀਂ ਹੁੰਦਾ। ਫਟਕਣਾ ਹੀਰੇ ਤੁਲ ਹੈ, ਸਮਸਰ ਨੜੀ ਨ ਵੜੀਏ ਗੰਨਾ। ਬਿਲੋਰੀ ਪੱਥਰ ਹੀਰੇ ਦੇ ਬਰਾਬਰ ਨਹੀਂ ਹੁੰਦਾ ਤੇ ਨਾ ਹੀ ਨੜੇ ਨੂੰ ਗੰਨੇ ਦੀ ਤਰ੍ਹਾਂ ਵਡਿਆਇਆ ਜਾਂਦਾ ਹੈ। ਤੁਲ ਨ ਰਤਨਾ ਰਤਕਾਂ, ਤੁਲ ਨ ਰਤਨਾ ਰਤਕਾਂ, ਮੁੱਲ ਨ ਕੱਚ ਵਿਕਾਵੇ ਪੰਨਾ। ਤੋ ਰਤਕਾ ਰਤਨਾ ਦੇ ਬਰਾਬਰ ਨਹੀਂ ਹੁੰਦੀਆਂ, ਸੋ ਕੱਚ ਪੰਨੇ ਰਤਨ ਦੇ ਮੁੱਲ ਦੇ ਬਰਾਬਰ ਨਹੀਂ ਵਿਕਦਾ। ਤੋ ਦੁਰਮਤ ਘੁੰਮਣ ਵਾਣੀ ਹੈ, ਗੁਰਮਤ ਸੋ ਕਿਰਤ ਬਹੁਤ ਬੰਨਾ। ਖੋਟੀ ਸਿੱਖਿਆ ਦਰਿਆ ਦੀ ਘੁੰਮਣ ਵਾਣੀ ਦੀ ਤਰ੍ਹਾਂ। ਘੁੰਮਣ ਵਾਣੀ 'ਚ ਜੇ ਪੈ ਗਿਆ ਉਹ ਕਦੇ ਨਹੀਂ ਬਚਿਆ। ਉਹ 100 ਫੁੱਟ ਤੱਕ ਡੂੰਘੀ ਹੁੰਦੀ ਹੈ ਤੇ ਪਾਣੀ ਬੜੀ ਤੇਜ਼ ਘੁੰਮਦਾ, ਬਸ ਬੰਦਾ ਇੱਕ ਵਾਰੀ ਪੈ ਗਿਆ ਡੁੱਬ ਕੇ ਮਰ ਜਾਂਦਾ। ਤੇ ਗੁਰੂ ਦੀ ਸਿੱਖਿਆ ਜੋ ਭਲੇ ਕਰਮਾਂ ਦਾ ਜਹਾਜ਼ ਹੈ, ਕਿਨਾਰੇ ਲਾ ਦਿੰਦਾ। ਦੋਵੇਂ ਇੱਕ ਨਹੀਂ ਹੋ ਸਕਦੇ। ਦੇਖਿਆ ਜੀ ਗੁਰੂ ਦੀ ਸਿੱਖਿਆ ਬੋਹਿਤ ਬੰਨਾ ਤਾਂ ਸੱਚਖੰਡ ਲੈ ਜਾਂਦਾ। ਜੋ ਘੁੰਮਣ ਘੇਰੀ 'ਚ ਕੋਈ ਅੱਜ ਤੱਕ ਬਚਿਆ? ਜਹਾਜ਼ ਨਹੀਂ ਬਚਦਾ। ਨਿੰਦਾ ਹੋਵੇ ਬੁਰੇ ਦੀ, ਜੈ ਜੈਕਾਰ ਭਲੇ ਧੰਨ ਧੰਨ। ਬੁਰੇ ਆਦਮੀ ਦੀ ਹਮੇਸ਼ਾ ਨਿੰਦਾ ਹੁੰਦੀ ਹੈ ਤੇ ਭਲੇ ਦੀ ਹਮੇਸ਼ਾ ਜੈ ਜੈਕਾਰ ਹੁੰਦੀ ਹੈ। ਹਰ ਕੋਈ ਧੰਨ ਆਖਦਾ ਹੈ, ਧੰਨ ਆਖਦਾ ਹੈ। ਗੁਰਮੁਖ ਪ੍ਰਗਟ ਜਾਣੀਏ, ਮਨਮੁਖ ਸੱਚ ਰਹੇ ਪ੍ਰਛੰਨ। ਗੁਰਮੁਖ ਪ੍ਰਤੱਖ ਜਾਣਿਆ ਜਾਂਦਾ ਹੈ, ਮਨਮੁਖ ਰੱਬ ਵੱਲੋਂ ਲੁਕਿਆ ਹੀ ਰਹਿੰਦਾ ਹੈ, ਲੁਕਿਆ ਪ੍ਰਛੰਨ। ਕੰਮ ਨਾ ਆਵੇ ਭਾਂਡਾ ਭੰਨਾ, ਮਨਮੁਖ ਟੁੱਟੇ ਹੋਏ ਭਾਂਡੇ ਦੀ ਤਰ੍ਹਾਂ ਕਿਸੇ ਕੰਮ ਨਹੀਂ ਆਉਂਦਾ, ਕਿਸੇ ਕੰਮ ਨਹੀਂ ਆਉਂਦਾ। ਸੋ ਭਲੇ ਪੁਰਸ਼ ਦਾ ਜਸ ਹੁੰਦਾ ਹੈ। ਇੱਕ ਵੇਚਨ ਹਥਿਆਰ ਘੜ, ਇੱਕ ਸੁਵਾਰਨ ਸਿਲਾ ਸੰਜੋਵਾ ਕਵਚ ਜਿਰੈ ਬਖਤਰ। ਇੱਕ ਇਸ਼ਤਿਹਾਰ ਸ਼ਸਤਰ ਬਣਾ ਕੇ ਵੇਚਦੇ ਹਨ। ਇੱਕ ਸੰਜੋਵਾਂ ਨੂੰ ਮਾਂਜਣ ਵਾਲੇ, ਲਿਸ਼ਕਾਣ ਵਾਲੇ ਸਿਗਲੀਗਰ ਹਨ। ਸੋ ਰਨ ਵਿੱਚ ਘਾਓ ਬਚਾਓ ਕਰ, ਦੋਏ ਦਲ ਨਿਤ ਉੱਠ ਕਰਦੇ ਢੂਆ। ਦੋਵੇਂ ਦਲ ਮੈਦਾਨ ਵਿੱਚ ਨਿਤ ਉੱਠ ਲੜਦੇ ਹਨ ਤੇ ਘਾਇਲ ਹੋਣ ਤੋਂ ਬਚਾਓ ਰੱਖਦੇ ਹਨ। ਘਾਇਲ ਹੋਏ ਨੰਗਾਸਨਾ, ਬਖਤਾ ਵਰ ਵਾਲਾ ਨਵਾਂ ਨਰੋਆ। ਸੰਜੋ ਤੋਂ ਬਿਨਾਂ ਨੰਗੇ ਸੂਰਮੇ ਘਾਇਲ ਜ਼ਖਮੀ ਹੋ ਜਾਂਦੇ ਹਨ ਤੇ ਜਿਨ੍ਹਾਂ ਨੇ ਸੰਜੋ ਪਹਿਨਣ ਵਾਲੇ ਨਵੇਂ ਨਰੋਵੇ ਰਹਿੰਦੇ ਹਨ। ਤੋ ਕਰਨ ਗੁਮਾਨ ਕਮਾਨ ਗਰ, ਖਾਨ ਜਰਾਦੀ ਬਹੁਤ ਬਖੋਵਾ। ਕਮਾਨ ਬਣਾਉਣ ਵਾਲੇ ਹੰਕਾਰ ਕਰਦੇ ਹਨ ਕਿ ਖਾਨ ਜਰਾਦੀ ਕਿਸਮ ਦੀ ਕਮਾਨ ਬਹੁਤ ਚੰਗੀ ਹੈ, ਖਾਨ ਜਰਾਦੀ ਨਾ ਹੈ। ਸੋ ਜਗ ਵਿੱਚ ਅਸਾਧ ਸੰਗ ਸੁਭਾਏ ਜਾਏ, ਫਲ ਭੋਆ। ਸੰਸਾਰ ਵਿੱਚ ਭਲਿਆਂ ਤੇ ਬੁਰਿਆਂ ਦੀਆਂ ਸੰਗਤਾਂ ਹਨ, ਦੋਵਾਂ ਦੀਆਂ ਸੰਗਤਾਂ ਵਿੱਚ ਫਲ ਦਾ ਫਰਕ ਹੈ। ਕਰਮ ਸੋ ਧਰਮ ਅਧਰਮ ਕਰ, ਸੁਖ ਦੁੱਖ ਅੰਦਰ ਆਏ ਪਰੋਆ। ਭਲੇ ਕਰਮ ਕਰਨ ਵਾਲਾ ਧਰਮੀ ਕਿਹਾ ਜਾਂਦਾ ਹੈ ਤੇ ਉਸ ਨੂੰ ਸੁੱਖ ਮਿਲਦਾ ਹੈ, ਤੇ ਅਧਰਮੀ ਖੋਟਾ ਪੁਰਸ਼ ਹੈ, ਉਹ ਕਹਿੰਦਾ ਦੁੱਖਾਂ ਵਿੱਚ ਪੁਰਿਆ ਜਾਂਦਾ ਹੈ। ਦੁੱਖ ਅੰਦਰ ਆਏ ਪਰੋਆ, ਭਲੇ ਬੁਰੇ ਜਸ ਅਪਜਸ ਹੋਵਾ। ਸੋ ਭਲੇ ਪੁਰਸ਼ ਦੀ ਵਡਿਆਈ ਹੁੰਦੀ ਹੈ, ਬੁਰੇ ਪੁਰਸ਼ ਦੀ ਨਿੰਦਾ ਹੁੰਦੀ ਹੈ। ਪੌੜੀ 13ਵੀਂ। ਪਰਉਪਕਾਰ ਕਰਨਾ ਸ੍ਰਿਸ਼ਟ ਧਰਮ ਹੈ, ਸਤ ਸੰਤੋਖ
दया धर्म अर्थ सुगर्थ साध संग आवे। सुगर्थ चंगे पदार्थ, अर्थ माया। साध संगत विचों सत संतोख दया धर्म माया ते श्रेष्ठ पदार्थ प्राप्त हुंदे हन। काम क्रोध असाध संग लोभ मोह हंकार मचावे वधदे हन। जिवें अग वधदी है, अग मचा दे। विकारी पुरुषां दी संगत करन नाल काम क्रोध लोभ मोह हंकार वधदे हन। दुकिरत सुकिरत कर्म कर बुरा भला होए नाम धरावे। खोटे कर्म ते चंगे कर्म करन वालियां दे दो अड्डो अड्ड ना धरे जांदे हन। पाप करन वाला बुरा ते पुण्य करन वाला भला किया जाता है। गोरस गाई खाए खड़ एक एक जन दी वग वधावे। गां घाह खांदी है, दुध दिंदी है, ते एक एक करके बच्चा जमदी है ते वग दी गिनती वधाउंदी है। दुध पीते व्यो दे सप जन जन वहले बच्चे खावे। दुध पी के सपनी जहर दिंदी है। जहर बहुत सारे बच्चे जम के उन्होंने खा जाती है। संग सुभाव असाध साध पाप पुण्य दुख सुख फल पावे। सो भलियां ते बुरियां दी संगत विच पाप पुण्य दा फल दुख सुख मिलदा है। भलियां नूं शरीरी सुख ते बुरियां नूं सदीवी दुख, सदीवी दुख। सो परोपकार विकार कमावे। परोपकार श्रेष्ठ कर्म है, श्रेष्ठ है। विकार करना पाप है। पाप संगत ते कुसंगत विचों की मिलता है? गां घाह खांदी दुध दिंदी है, सप दुध पींदा है, जहर दिंदा है। संगत है। गां बच्चे जम के वग की गिनती वधाउंदी है तो सपनी अपने बच्चे ही खा जाती है। बस यही फर्क है मनमुख ते गुरमुख विच। साध संगत सारे फल दिंदी है, कुसंगत विकारी बना देंदी है। पौड़ी 14वीं। भले ते बुरे दा सुभाव वखो वखरे हुंदे हन। चंदन बिरख सुबास दे चंदन करदा बिरख सुबाए। कहंदा चंदन दा बिरछ चंगी वाशना दे के सारिਆਂ ਨੂੰ चंदन कर दिंदा। परोपकारी है, गुरमुख है। तो गुरमुख लोग आप नाम जपदे हैं, होरनां नूं नाम जपाउंदे हैं, चंदन हैं। कहंदे वासों अग धुख आप जले परिवार जलाए। तो वास आपस विच कहंदे हैं, उन्हां विच अग धुखदी है। वो अग विच आप भी सड़दे हैं ते सारा परिवार सारा जंगल साड़ दिंदे हैं, जंगल नूं अग ला दिंदे हैं। विकारी मनमुख अपना तो नाश करदे हैं, वो संगी साथी भी डोब दिंदे हैं। मूलो जिवें पंखेरुआ फासे आ कुटुंब फसाए। कहंदा जिवें मूलों पंछी जाल, मूलों ना है जाल विच आप फस के होरनां नूं फसाउंदा है, तिवें विकारी दी कुसंगत है, सारिਆਂ ਨੂੰ जमदे जाल विच फसाउंदा है। अष्ट धात होए परबतों गल आ गई। एक शराबी सी, संगत की गल है। किसी मुंडे नूं कहंदा आजा घुट पी ला। कहंदा नहीं मैं नहीं पीनी। कहंदा क्यों नहीं पीनी? कहंदा फिर आदत बन जाती है। लै मैनू 65 साल हो गया पींदियां नूं, मेरी आदत बनी। देखिया जी, बस वो गल है। वो मूलों जिवें पखेर हुआ ओहदी आदत आ भी सिखाया हुंदा है। वो पंछी जाल में जाके दाने चुगन लग पैंदा। वो साडे वर्गे भोले बंदे देखते आ, देहधारियां ने बंदे छड्डे हुंदे मूलों पंछियां वर्गे। वो जाल में जाके दाने चुगन लग पैंदा। कहंदा यार वो चुग रहा है तो फिर मैं भी चुग लेना, उन्होंने कुछ नहीं होया तो मैनू की होऊगा। बस वो तो सिखाया होया। वो नाल होर पंछी फसाते, वो पंछी उन्हें बाकी सारे मार देने, इनू फिर होर फसाउण लई। इहनूं कहंदे एजेंसी, इहनूं कहंदे एजेंटी। हाँ जी, ये मूलों पंछी आ। अष्ट धात होए परबतों पारस कर कंचन दिखलाए। तो परबतां विच 8 धातां हुंदियां, पारस सारिਆਂ ਨੂੰ सोना बना दिंदा। परोपकारी है, गुरमुख मनमुखां ਨੂੰ समझा के अपने वर्गा शुद्ध सोने वर्गा बना लैंदा है। वो गनका बाड़े जाए कह होम नरोगी पाप कमाए। तो कंजरी दे वेड़े जान वाले पाप दा बीज बीज के पाप कमाउंदियां रोगी हो जाते हैं, एड्स हो जाती है, वीडी हो जाती है, बुरे बुरा काम करके दुखी होंदी है।
ਦੁਖੀ ਆਵਨ ਵੈਦ ਘਰ, दारू ਦੇ ਰੋਗ ਮਟਾਏ। ਫਿਰ ਦੁਖੀਏ ਵੈਦ ਦੇ ਘਰ ਆਉਂਦੇ ਹਨ, ਵੈਦ ਦਵਾਈਆਂ ਦਿੰਦੇ ਹਨ, ਉਹਨਾਂ ਦਾ ਰੋਗ ਦੂਰ ਕਰਦੇ ਹਨ, ਪਾਪ ਬੁਰਿਆਂ ਦਾ ਭਲਾ ਕਰਦੇ ਹਨ, ਪਰਉਪਕਾਰੀ ਹਨ। ਭਲਾ ਬੁਰਾ ਦੋਏ ਸੰਗ ਸੁਭਾਏ। ਸੋ ਭਲਾ ਤੇ ਬੁਰਾ ਦੇ ਸੰਗਤਾਂ ਦਾ ਸੁਭਾਅ ਵੱਖਰੇ ਵੱਖਰੇ ਹਨ। ਭਲਾ ਭਲਾਈ ਤੋਂ, ਬੁਰਾ ਬੁਰਾਈ ਤੋਂ ਪਰਖਿਆ ਜਾਂਦਾ। ਮੈਂ ਅੱਗੇ ਵੀ ਕਿਹਾ ਸੀ ਥਿੰਕਿੰਗ, ਬਸ ਉਹ ਰੋਟੀ ਲੈਣ ਗਿਆ, ਮੈਂ ਗੱਲ ਕੀਤੀ ਨਾ, ਬੜਾ ਖਜ਼ਾਨਾ ਲੁੱਟ ਕੇ ਲਿਆਏ। ਥਿੰਕਿੰਗ, ਰੋਟੀ ਲੈਣ ਗਿਆ ਜੋ ਉਹੀ ਕਹਿੰਦੇ ਯਾਰ ਆਪਾਂ ਥੋੜਾ ਜਿਹਾ ਘੱਟ ਲੈ ਲਾਂਗੇ, ਉਹ ਵੱਡੇ ਆ, ਤੇ ਵੱਡਿਆਂ ਨੇ ਕਹਿਣਾ ਸੀ ਉਹ ਛੋਟੇ ਆਪਾਂ ਯਾਰ ਉਹਨਾਂ ਨੂੰ ਥੋੜਾ ਜਿਹਾ ਹਿੱਸਾ ਜ਼ਿਆਦਾ ਦੇ ਦਈਏ। ਉਹਨਾਂ ਨੇ ਕਿਹਾ ਸੀ ਜ਼ਹਿਰ ਪਾ ਦਈਏ, ਉਹਨਾਂ ਕਿਹਾ ਆਉਂਦਿਆਂ ਮਾਰ ਦਈਏ। ਥਿੰਕਿੰਗ ਤੁਹਾਡੀ ਰੱਬ ਦੀ ਥਿੰਕਿੰਗ ਆ। ਪੌੜੀ 15ਵੀਂ। ਆਪਣੇ ਕੀਤੇ ਕਰਮਾਂ ਦਾ ਫਲ ਹੀ ਭੋਗਣਾ ਪੈਂਦਾ ਭਾਈ। ਭਲਾ ਸੁਭਾਅ ਮਜੀਠ ਦਾ, ਸਹੇ ਅਵਟਨ ਰੰਗ ਚੜਾਏ। ਮਜੀਠ ਦਾ ਸੁਭਾਅ ਬਹੁਤ ਚੰਗਾ ਹੈ। ਆਪ ਤਾਂ ਉਹ ਅੱਗ ਦਾ ਸੇਕ ਉਬਾਲਾ ਸਹਾਰ ਕੇ ਕੱਪੜਿਆਂ ਨੂੰ ਰੰਗ ਚੜਾਉਂਦਾ ਹੈ, ਪਰਉਪਕਾਰੀ ਹੈ। ਗੰਨਾ ਕੋਲੂ ਪੀੜੀਏ, ਟੱਟਰ ਪਿਆ ਮਿਠਾਸ ਵਧਾਏ। ਗੰਨਾ ਵੇਲਣੇ ਵਿੱਚ ਵਿਚਾਰਾ ਪੀੜਿਆ ਜਾਂਦਾ, ਫਿਰ ਰਸ ਦੇ ਕੜਾਹੇ ਵਿੱਚ, ਟੱਟਰ ਰਸ ਦੇ ਕੜਾਹੇ ਵਿੱਚ ਪਾਇਆ ਜਾਂਦਾ ਹੈ। ਹਾਂ, ਤੇ ਗੰਨੇ ਦੀ ਮਿਠਾਸ ਹੋਰ ਵੱਧਦੀ ਹੈ, ਪਰਉਪਕਾਰੀ ਹੈ, ਪਰਉਪਕਾਰੀ। ਆਪ ਤਾਂ ਪੀੜਿਆ ਗਿਆ, ਨਾ ਨਿਸ਼ਾਨ ਨਹੀਂ ਰਹਿੰਦਾ ਗੰਨੇ ਦੀ ਖੋਰੀ, ਉਹਦਾ ਛਿੱਲੜ ਸਭ ਅੱਗ 'ਚ ਪਾ ਦਿੱਤਾ, ਉਹਦਾ ਨਾਂ ਨਿਸ਼ਾਨ ਨਹੀਂ ਰਹਿੰਦਾ। ਹੋਂਦ ਮਿਟਾ ਗਿਆ ਆਪਣੀ, ਪਰ ਲੋਕਾਂ ਨੂੰ ਮਿਠਾਸ ਦੇ ਗਿਆ। ਦੇਖ ਲਓ ਸਾਰਿਆਂ ਨੂੰ ਅੱਜ ਦੁਨੀਆ ਦੀ ਜੋ ਮਿਠਾਈ ਖਾ ਰਹੇ ਹੋ, ਕਿਸੇ ਤਰ੍ਹਾਂ ਦੀ ਜੋ ਮਠਿਆਈ ਖਾ ਰਹੇ ਹੋ, ਗੰਨੇ ਦੀ ਕਿਰਪਾ, ਪਰ ਆਪਣੀ ਹੋਂਦ ਮਿਟਾ ਗਿਆ, ਉਹ ਮਿਠਾਸ ਦੇ ਗਿਆ ਤੁਹਾਨੂੰ ਸਾਰੇ ਜਗਤ ਨੂੰ। ਚਾਹ ਪੀਂਦੇ ਆ, ਦੁੱਧ ਪੀਂਦੇ ਆ, ਉਹਦੇ ਵਿੱਚ ਖੰਡ ਪਾਉਂਦੇ ਆ, ਉਹ ਗੰਨੇ ਦੀ ਕਿਰਪਾ ਹੈ। ਗੰਨਾ ਕਿੱਥੇ ਹੈ? ਗੰਨਾ ਤਾਂ ਆਪਣੀ ਹੋਂਦ ਮਿਟਾ ਗਿਆ, ਪਰਉਪਕਾਰ ਕਰ ਗਿਆ ਨਾ, ਤੁਹਾਨੂੰ ਸਾਰਿਆਂ ਨੂੰ ਮਿਠਾਸ ਦੇ ਗਿਆ। ਬਸ ਆਪਣੀ ਹੋਂਦ ਮਿਟਾ ਦਿਓ, ਸਾਰੀ ਦੁਨੀਆ ਨੂੰ ਮਿਠਾਸ ਦੇ ਦਿਓ। ਬਸ ਔਖੀ ਹੈ ਖੇਡ ਤਾਂ, ਔਖੀ ਹੈ ਭਾਈ, ਪਰਉਪਕਾਰੀ ਹੈ। ਤੋ ਤੁਮੇ ਅੰਮ੍ਰਿਤ ਸਿੰਜੀਏ, ਕੁੜੱਤਨ ਦੀ ਬਾਣ ਨਾ ਜਾਏ। ਆਦਤ ਬਾਣ, ਤੁਮੇ ਨੂੰ ਭਾਵੇਂ ਅੰਮ੍ਰਿਤ ਨਾਲ ਸਿੰਜ ਦਿਓ, ਉਸਦੀ ਕੁੜੱਤਨ ਦੀ ਕੌੜੇਪਨ ਦੀ ਆਦਤ ਨਹੀਂ ਜਾਂਦੀ। ਸੋ ਭਾਈ ਸਾਨੂੰ ਸਮਝਾਇਆ ਹੈ, ਗੁਰਮੁਖ ਦੁੱਖ ਸਹਿ ਕੇ ਭਲਾ ਕਰਦਾ, ਪਰਉਪਕਾਰੀ ਹੈ। ਮਨਮੁਖ ਤੁਮਾ ਹੈ, ਕੌੜੇ ਦਾ ਕੌੜਾ ਜਿੰਨੀ ਮਰਜ਼ੀ ਸਮਝਾ ਲਓ, ਵਿਕਾਰੀ ਦਾ ਵਿਕਾਰੀ ਹੈ। ਔਗਣ ਕੀਤੇ ਗੁਣ ਕਰੇ, ਭਲਾ ਨਾ ਔਗਣ ਚਿੱਤ ਵਸਾਏ। ਗੁਰਮੁਖ ਔਗਣ ਕਰਨ ਵਾਲੇ ਨਾਲ ਵੀ ਵਿਕਾਰੀ ਦਾ ਵੀ ਭਲਾ ਸੋਚਦਾ ਹੈ। ਔਗਣ ਕਰਨ ਵਾਲੇ ਨਾਲ ਵੀ ਵਿਕਾਰੀ ਦਾ ਵੀ ਭਲਾ ਸੋਚਦਾ ਹੈ, ਪਰ ਵਿਕਾਰਾਂ ਦੇ ਔਗਣਾਂ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦਾ। ਵਿਕਾਰੀ ਦੇ ਔਗਣ, ਗੁਣ ਕੀਤੇ ਔਗਣ ਕਰੇ, ਬੁਰਾ ਨਾ ਮਨ ਅੰਦਰ ਗੁਣ ਪਾਏ। ਤੇ ਵਿਕਾਰੀ ਮਨਮੁਖ ਨਾਲ ਵੀ ਬੁਰਾਈ ਕਰਦਾ ਹੈ, ਤੇ ਮਨ ਅੰਦਰ ਗੁਣਾਂ ਨੂੰ ਧਾਰਨ ਨਹੀਂ ਕਰਦਾ। ਜੋ ਬੀਜੇ ਸੋਈ ਫਲ ਖਾਏ। ਤੋ ਜੋ ਕੋਈ ਬੀਜ ਹੈ, ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਹੀ ਭੋਗਦਾ। ਕੀਤੇ ਕਰਮਾਂ ਭੋਗਣੇ ਹੀ ਪੈਣੇ ਭਾਈ। ਇਹ ਧਰਤੀ ਹੈ, ਸਰੀਰ ਇੱਕ ਧਰਤੀ ਹੈ, ਬੀਜੋ ਇਹਦੇ ਵਿੱਚ। ਤੋ ਭਲੇ ਬੁਰੇ ਦਾ ਸੁਭਾਅ ਨੇਕੀ ਬਦੀ। ਪਾਣੀ ਪੱਥਰ ਲੀਕ ਜਿਉਂ, ਭਲਾ ਬੁਰਾ ਪ੍ਰਕਿਰਤ ਸੁਭਾਏ। ਪਾਣੀ ਪੱਥਰ ਲੀਕ, ਪੱਥਰ ਤੇ ਲੀਕ, ਪੱਕੀ ਗੱਲ। ਭਲਾਈ ਪਰਉਪਕਾਰ, ਪਾਣੀ ਦੀ ਲੀਕ ਬੁਰਾਈ, ਝੂਠ, ਠੱਗੀ, ਪਾਣੀ ਦੀ ਲੀਕ ਹੁੰਦੀ ਨਹੀਂ। ਸੋ ਭਲੇ ਦਾ ਪੱਥਰ ਦੀ ਲੀਕ ਦੇ ਤਰ੍ਹਾਂ ਤੇ ਬੁਰੇ ਦਾ ਪਾਣੀ ਦੀ ਲੀਕ ਦੀ ਤਰ੍ਹਾਂ ਸੁਭਾਅ ਹੋਣਾ ਕੁਦਰਤੀ ਹੈ, ਰੱਬੋਂ ਹੀ ਹੈ। ਭਲੇ ਨੇ ਭਲਾ ਕਰਨਾ ਹੈ, ਬੁਰੇ ਨੇ ਬੁਰਾ ਹੀ ਸੋਚਣਾ। ਵੈਰ ਨਾ ਟਿਕਦਾ ਭਲੇ ਚਿੱਤ, ਹੇਤ ਨਾ ਟਿਕੇ ਬੁਰੇ ਮਨ ਆਏ। ਭਲੇ ਦਾ ਮਨ ਵਿੱਚ ਪਾਣੀ ਦੀ ਲੀਕ ਦੀ ਤਰ੍ਹਾਂ ਵੈਰ ਨਹੀਂ ਟਿਕਦਾ, ਬੁਰੇ ਦਾ ਮਨ ਵਿੱਚ ਪਿਆਰ ਨਹੀਂ ਟਿਕਦਾ। ਪੱਥਰ ਤੇ ਲੀਕ ਤਰ੍ਹਾਂ ਵੈਰ ਰਹਿੰਦਾ। ਭਲਾ ਨਾ ਹੇਤ ਵਿਸਾਰਦਾ, ਬੁਰਾ ਨਾ ਵੈਰ ਮਨੋਂ ਵਿਸਾਏ। ਸੋ ਭਲਾ ਗੁਰਮੁਖ ਮਨੋਂ ਪਿਆਰ ਨਹੀਂ ਭੁਲਾਉਂਦਾ, ਤੇ ਵਿਕਾਰੀ ਮਨ ਵਿੱਚੋਂ ਵੈਰ ਨਹੀਂ ਭੁਲਾਉਂਦਾ। ਹਮੇਸ਼ਾ ਯਾਦ ਰੱਖਦੇ, ਆਸ ਨਾ ਪੁੱਜੇ ਦੋਵਾਂ ਦੀ, ਦੁਰਮਤ ਗੁਰਮਤ ਅੰਤ ਲਿਖਾਏ। ਦੋਵਾਂ ਦੀ ਆਸ ਪੂਰੀ ਨਹੀਂ ਹੁੰਦੀ। ਤੋ ਬੁਰਾ ਅੰਤ ਤੱਕ ਬੁਰਾਈ, ਤੇ ਭਲਾ ਅੰਤ ਤੱਕ ਗੁਰੂ ਦੀ ਸਿੱਖਿਆ ਨੂੰ ਹੀ ਜਾਣਦਾ। ਸੋ ਭਲਿਓ ਬੁਰਾ ਨਾ ਹੋਵੇ, ਬੁਰਿਓ ਭਲਾ ਨਾ ਭਲਾ ਮਨਾਏ। ਸੋ ਭਲੇ ਗੁਰਸਿੱਖ ਕੋਲੋਂ ਕਦੀ ਬੁਰਾਈ ਨਹੀਂ ਹੁੰਦੀ, ਤੇ ਵਿਕਾਰੀ ਕੋਲੋਂ ਕਦੀ ਭਲਾ ਨਹੀਂ ਹੁੰਦਾ। ਉਹ ਪਰਉਪਕਾਰ ਨੂੰ, ਭਲੇ ਨੂੰ ਹੀ ਮੰਨਦਾ ਹੀ ਨਹੀਂ। ਵਿਰਤੀ ਆਣ ਵਖਾਣਿਆ, ਸਾਈ ਸਿਆਣੀ ਸਿੱਖ ਸੁਣਾਏ। ਵਿਰਤੀ ਹਾਨ ਵਰਤਿਆ ਵਰਤਾਰਾ,
ਵਿਰਤੀ ਹਾਂ। ਸਹੀ ਸੀ ਸਹੀ ਸੌ, ਸਹੀ ਸੌ ਜਗਤ ਵਿੱਚ ਵਰਤ ਰਿਹਾ ਵਰਤਾਰਾ ਕਥਨ ਕੀਤਾ ਹੈ, ਕਿਉਂਕਿ 100 ਸਿਆਣਿਆਂ ਦੀ ਇੱਕੋ ਮੱਤ ਸੁਣੀ ਦੀ ਹੈ। ਸਹੀ ਸਿਆਣੀ ਸਿੱਖ ਸੁਣਾਏ, ਪਰਪਕਾਰ ਵਿਕਾਰ ਕਮਾਏ। ਭਲਾ ਪੁਰਸ਼ ਗੁਰਮੁਖ ਸਦਾ ਪਰਪਕਾਰ ਹੀ ਕਰਦਾ ਹੈ, ਵਿਕਾਰੀ ਵਿਕਾਰ ਹੀ ਕਮਾਉਂਦਾ ਹੈ। ਪੌੜੀ 17ਵੀਂ। ਭਲੇ ਬੁਰੇ ਦੀ ਕਹਾਣੀ ਤੇ ਰੱਬ ਦਾ ਨਿਆਂ। ਭਲੇ ਬੁਰੇ ਦੀ ਵਿਰਤੀ ਹਨ ਵਖਾਣਿਆਂ, ਭਲੇ ਬੁਰੇ ਦੀ ਸੁਣੀ ਕਹਾਣੀ। ਭਾਈ ਵਰਤੀ ਹੋਈ ਕਹਾਣੀ ਸੁਣਾਉਂਦੇ ਆ, ਜੋ ਭਲੇ ਤੇ ਬੁਰੇ ਦੀ ਕਹਾਣੀ ਸੁਣੀ ਹੈ। ਭਲਾ ਬੁਰਾ ਦੋਇ ਚੱਲੇ ਰਾਹ, ਉਸ ਥੈ ਤੋਸਾ ਉਸ ਥੈ ਪਾਣੀ। ਭਲਾ ਤੇ ਬੁਰਾ ਦੋਵੇਂ ਇਕੱਠੇ ਇੱਕ ਰਾਹ ਤੇ ਜਾ ਰਹੇ ਸਨ। ਭਲੇ ਗੁਰਮੁਖ ਕੋਲ ਰੋਟੀ ਸੀ ਤੇ ਬੁਰੇ ਮਨਮੁਖ ਕੋਲ ਪਾਣੀ ਸੀ। ਬਹੁਤ ਵਧੀਆ ਗੱਲ ਕਹੀ ਹੈ, ਬਹੁਤ ਵਧੀਆ। ਬੁਰਾ ਬੁਰਾਈ ਕਰ ਗਿਆ, ਭਲਾ ਬੁਰਾ ਹਾਂ ਤੋਸਾ ਅੱਗੇ ਰੱਖਿਆ, ਭਲੇ ਭਲਾਈ ਅੰਦਰ ਆਣੀ। ਸੋ ਭਲੇ ਗੁਰਮੁਖ ਨੇ ਰੋਟੀ ਖਾਣ ਵੇਲੇ ਰੋਟੀ ਬੁਰੇ ਮਨਮੁਖ ਦੇ ਅੱਗੇ ਰੱਖ ਦਿੱਤੀ। ਕਿਉਂ? ਉਸਦੇ ਅੰਦਰ ਭਲਾਈ ਵਸਦੀ ਸੀ। ਗੁਰਮੁਖ ਪਰਪਕਾਰੀ ਸੀ, ਮਨਮੁਖ ਨੇ ਰੋਟੀ ਅੱਧੀ ਖਾ ਲਈ। ਬੁਰਾ ਬੁਰਾਈ ਕਰ ਗਿਆ, ਹੱਥੀਂ ਕੱਢ ਨਾ ਦਿੱਤੇ ਪਾਣੀ। ਸੋ ਬੁਰਾ ਮਨਮੁਖ ਬੁਰਾਈ ਕਰਕੇ ਚਲਾ ਗਿਆ, ਕਿਉਂ ਜੋ ਉਹਨੇ ਆਪਣੇ ਹੱਥੀਂ ਗੁਰਮੁਖ ਨੂੰ ਪਾਣੀ ਨਾ ਦਿੱਤਾ। ਉਸਦੀ ਰੋਟੀ ਖਾ ਕੇ ਵੀ ਪਤਰਾ ਬਚ ਗਿਆ। ਹੁਣ ਦੇਖੋ ਅੱਗੇ ਕੀ ਹੋਇਆ। ਮਤਲਬ ਇੱਥੇ ਤਾਂ ਕੋਈ ਭਲਾ ਭਲਾਈਓਂ ਸਿੱਝਿਆ, ਬੁਰੇ ਬੁਰਾਈਓਂ ਵੈਨ ਵਿਹਾਣੀ। ਭਲਾ ਬੁਰਾਈਓਂ ਗੱਲ ਸਮਝਣ ਵਾਲੀ ਹੈ। ਉਹ ਗੁਰਮੁਖ ਨੇ ਤਾਂ ਮਨ ਵਿੱਚ ਰੋਸ ਨਹੀਂ ਕੀਤਾ, ਪਰ ਬੁਰੇ ਨਾਲ ਭਲਾਈ ਕਰਨ ਦਾ ਉਸਨੂੰ ਕੀ ਫਾਇਦਾ ਹੋਇਆ? ਉਹ ਇਸ ਚੰਗੇ ਸੁਭਾਅ ਕਰਕੇ ਇੱਥੇ ਤਾਂ ਗੋਇਲ ਵਾਸਾ 4 ਦਿਨਾਂ ਦੀ ਖੇਡ ਹੈ। ਜ਼ਿੰਦਗੀ ਤਾਂ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ, ਜੋ ਕਰੋੜਾਂ ਅਰਬਾਂ ਸਾਲਾਂ ਦੀ ਹੈ। ਰੱਬ ਨੇ ਉਸ ਨੂੰ ਕਾਮਯਾਬੀ ਦਿੱਤੀ, ਮੁਕਤੀ ਦਿੱਤੀ, ਸੱਚਖੰਡ ਲੈ ਗਿਆ। ਅਰਬਾਂ ਸਾਲ ਸੁਖੀ। ਸੇ ਬੁਰੇ ਮਨੁੱਖ ਨੂੰ ਕੀ ਦਿੱਤਾ? ਨਰਕਾਂ 84 ਲੱਖ ਵਾਰੀ ਜਨਮ, ਕਾਂ ਕੁੱਤਾ ਸੂਰ ਕਿਰਲੀ ਕਾਕਰੋ ਚਿੱਚੜ। ਭਲਾਈ ਕਰਨ ਦੇ ਕਾਰਨ ਭਲਾ ਗੁਰਮੁਖ ਸੱਚਖੰਡ ਚਲਾ ਗਿਆ, ਤੇ ਬੁਰਾ ਮਨਮੁਖ ਬੁਰਾਈ ਕਰਨ ਦੇ ਕਾਰਨ ਸਾਰੀ ਉਮਰ ਰੋਂਦੀਆਂ ਹੀ ਮੁੱਕੀ ਨਹੀਂ। ਅੱਗੇ ਕਰੋੜਾਂ ਸਾਲ ਦੀਆਂ ਨਰਕਾਂ ਭੁਗਤਦਾ ਹੀ ਰਿਹਾ। ਰੈਣ ਵਿਹਾਣੀ ਬੁਰਾਈਓਂ ਵੈਨ, ਵੈਨ ਹੁੰਦਾ ਰੋਂਦੇ, ਵੈਨ ਰੋਂਦੀਆਂ ਹੀ ਬੀਤੇ, ਰੋਂਦੀਆਂ ਹੀ ਬੀਤੇ, ਰੋਂਦੀਆਂ ਹੀ ਮੁੱਕਣੀ। ਬਸ ਇਹ ਹੁੰਦਾ ਕਿ ਆਪਾਂ ਗੁਰਮੁਖਾਂ ਨੇ ਭਲਾਈ ਕਰਨਾ, ਮਨਮੁਖ ਜੋ ਕਰਦਾ ਕਰਨ ਦਿਓ, ਤੁਹਾਨੂੰ ਰੱਬ ਨੇ ਫਾਇਦਾ ਦੇਣਾ, ਇੱਥੇ ਕੋਈ ਫਾਇਦਾ ਨਹੀਂ ਹੋਣਾ। ਸੱਚਾ ਸਾਹਿਬ ਨਿਆਉ ਸੱਚ, ਜੀਆਂ ਦਾ ਜਾਨੋਈ ਜਾਣੀ। ਤੋ ਸਾਹਿਬ ਮਾਲਕ ਰੱਬ ਸੱਚਾ, ਉਸਦਾ ਨਿਆਂ ਵੀ ਸੱਚਾ। ਉਹ ਹਰ ਜੀਵ ਦੇ ਦਿਲ ਦੀ ਜਾਣਨ ਵਾਲਾ, ਜਾਣੀ ਜਾਣ ਹੈ। ਭਲੇ ਬੁਰੇ ਕਰਮਾਂ ਨੂੰ ਜਾਣਦਾ ਹੈ। ਕੁਦਰਤ ਕਾਦਰ ਨੂੰ ਕੁਰਬਾਨੀ। ਕੁਦਰਤ ਦੇ ਕਰਤੇ ਤੋਂ ਮੈਂ ਕੁਰਬਾਨ ਜਾਂਦਾ ਹਾਂ। ਕਰਤੇ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਸਾਰੇ ਜੀਵ ਉਸਨੇ ਪੈਦਾ ਕੀਤੇ ਹਨ। ਇੱਕ ਮਨਮੁਖ ਇੱਕ ਗੁਰਮੁਖ, ਭਲਾ ਤੇ ਬੁਰਾ ਲਿਵ ਧਾਤ ਦੋ ਰਾਹ ਹੈ। ਪੌੜੀ 18। ਜੋ ਜੰਮਿਆ ਉਸਨੇ ਮਰ ਜਾਣਾ ਹੈ, ਭਾਵੇਂ ਰਾਮ ਹੈ ਤੇ ਭਾਵੇਂ ਰਾਵਣ ਹੈ। ਰਾਵਣ ਦੀ ਵੀ ਬੜੀ ਭਗਤੀ ਸੀ, ਬੜੀ ਭਗਤੀ ਸੀ। ਬੁਰਾ ਭਲਾ ਸੰਸਾਰ ਵਿੱਚ ਜੋ ਆਇਆ ਤੇ ਸਰ ਪਰ ਮਰਨਾ, ਸਰ ਪਰ ਜ਼ਰੂਰ। ਭਲਾ ਤੇ ਬੁਰਾ ਜੋ ਵੀ ਸੰਸਾਰ ਵਿੱਚ ਆਇਆ ਉਹ ਅਵਸ਼ ਮਰੇਗਾ। ਸਾਰਿਆਂ ਨੇ ਮਰਨਾ ਹੈ, ਸਾਰਿਆਂ ਨੇ ਹੀ ਮਰਨਾ ਭਾਈ ਓਏ, ਸਾਰਿਆਂ ਨੇ ਮਰਨਾ। ਰਾਵਣ ਤੇ ਰਾਮਚੰਦ ਵਾਂਗ ਮਹਾਬਲੀ ਲੜਕਾਰਨ ਕਰਨਾ, ਪਰ ਰਾਵਣ ਤੇ ਰਾਮਚੰਦਰ ਵਾਂਗੂ ਮਹਾਨ ਸੂਰਮੇ ਲੜਾਈ ਦਾ ਯਤਨ ਕਰਦੇ ਰਹੇ। ਕਾਰਨ ਕਰਨਾ ਬਣ ਗਿਆ ਕਾਰਨ। ਜੜ ਜਰਮਾਣਾ ਵਸ ਕਰ, ਅੰਤ ਅਤ ਅਧਰਮ ਰਾਵਣ ਮਨ ਧਰਨਾ। ਜਿਸ ਰਾਵਣ ਨੇ ਵਡੇਪੇ ਤੇ ਮੌਤ ਨੂੰ ਆਪਣੇ ਵਸ ਵਿੱਚ ਕਰ ਰੱਖਿਆ ਸੀ, ਵਡੇਪੇ ਤੇ ਮੌਤ ਨੂੰ, ਜਰ ਜਰਮਾਣਾ, ਜਰ ਵਡੇਪਾ, ਜਰ ਜਰਮਾਣਾ ਵਸ ਕਰ, ਮੌਤ ਤੇ ਵਡੇਪੇ ਨੂੰ ਆਪਣੇ ਵਸ ਵਿੱਚ ਕਰਕੇ ਰੱਖਿਆ ਸੀ। ਨਾ ਮੈਂ ਬੁੱਢਾ ਹੋਵਾਂ ਨਾ ਮੈਂ ਮਰਾਂ। ਅੰਤ ਅਧਰਮ ਰਾਵਣ ਮਨ ਧਰਨਾ। ਅੰਤ ਨੂੰ ਉਸ ਰਾਵਣ ਦੇ ਮਨ ਨੇ ਅਧਰਮ ਨੂੰ ਧਾਰਨ ਕੀਤਾ, ਅਧਰਮ ਨੂੰ। ਰਾਮਚੰਦ ਨਿਰਮਲ ਪੁਰਖ, ਧਰਮੋਂ ਸਾਇਰ ਪੱਥਰ ਤਰਨਾ। ਤੋ ਰਾਮਚੰਦ ਜੀ ਨਿਰਮਲ ਉੱਤਮ ਪੁਰਖ ਸਨ, ਜਿਨ੍ਹਾਂ ਦੇ ਪ੍ਰਤਾਪ ਕਰਕੇ ਸਮੁੰਦਰ ਵਿੱਚ ਪੱਥਰ ਵੀ ਤਰਨ ਲੱਗ ਪਏ। ਬਰਿਆਈਓ ਰਾਵਣ ਗਿਆ, ਕਾਲਾ ਟਿੱਕਾ ਧਰ ਤ੍ਰੈ ਹਰਨਾ।
खोटे कर्म करके रावण का नाश हो गया। उसने पराई स्त्री का हरण करके अपने मत्थे ते कलंक का टिक्का लगवा लिया, उन्हें सीता चुक लिया। तो रामायण जुग जुग अटल से उधरे जो आए सरन। तो राम की कथा रामायण जुगा जुगा च अटल तुरी आ रही है, पर वो पुरुष तर जाते हैं जो प्रभु की शरण आते हैं, असूलों नाल जुड़ जाते हैं। जस अपजस विच निडर डरना, प्रभु का डर मनण वालियां दा संसार में जस हुंदा ते निडर गुस्ताख बंदियां दी निंदिया हुंदी है। पाप भले वो काम करते हैं जिस करके जस होवे, ते रावण वांगू निडर पुरख जस अपजस कुछ परवाह नहीं करते, खोटे कर्मां ते कमर कसा ही रखते हैं। सो मानिए पुरख नूं करोड़ां वारी मरण दे समान अपजस तो डर लगता है, परंतु निडरा नूं कोई डर नहीं लगता। नहीं तो पौड़ी 19 रावण दी जगत प्रसिद्ध कथा है, कलंकी खटिया। सोएन लंका वड्डा गढ़, खार समुंदर जिवे ही खाई। कहंदा भी रावण दी सोने दी लंका सी, वड्डा किला सी, वड्डा गढ़, तो जिस दे दुआले खारे समुंदर वर्गी खाई सी। लख पुत पोते सवा लख, कुंभकर्ण महरावण भाई। ते उसदे लख पुत्र सन, सवा लख पोतरे सन, ते कुंभकर्ण बहुत तकड़ा सी, उसका भरा सी महरावण, मसेर भरा सी महरावण। सो पवन बुहारी देर नित इंदर भरे पानी वरे आई। तो हवा रोज झाड़ू मारदी सी, इंदर जोरावरी पानी भरदा सी। भाव कुदरती ताकतां तो रिधियां सिद्धियां तो काम लैना जानदा सी, करामाती सी। बसंतर रसोईया, सूरज चंद चिराग दे पाई। तो अग रसोईया सी, हर वेले लंगर बनदा ही रहिंदा सी। तो चंद ते सूरज उसदे घर दीवे बालदे सन। बहुत खून चतरंग दल, देश न वेश न कीमत पाई। उसदियां कई खुइयां चतरंगी फौज सी, तो देशां ते पोशाकां दी कीमत ही नहीं सी। महादेव दी सेव कर, देव दानव रहिंदे सरनाई। शिव जी दी सेवा कीती सी, भगती कीती सी। शिव जी दे प्रताप करके देवते ते दैंत उसदी शरण रहिंदे सन। अपजस लै दुरमत बुराई, परंतु खोटी मत वाले ने बुराई करके बेइज्जती ही करवाई। एडा प्रताप राज हो के रावण ने बुराई दे कारण के पराई स्त्री चुराई, मुखालक दा टिक्का ही लीता। पौड़ी 20 रामचंद्र दी लोक प्रसिद्ध कथा है। कहता रामचंद कारण करण, कारण वस होवा दे तारी। कारण करण जगत दा मूल परमात्मा। तो सारियां दे मूल परमात्मा दे हुक्म अनुसार रामचंद्र जी ने कारण वस हो के मनुखा देही धारण की, नहीं तो रावण नहीं सी मरदा। मन मतई आग्या लै वनवास वढाई चारी। मतरेई मां ककई दी आग्या मन के 14 वरे दा बनवास कट के वडियाई प्राप्त की। परशुराम दा बल हरे, दीन दयाल गर्भ प्रहारी। दीन दयाल रामचंद्र जी ने परशुराम दा बल नाश करके उसका अहंकार दूर किया। सीता लक्ष्मण सेव कर, जति सती सेवा हितकारी। सीता ते लक्ष्मण राम दी सेवा करके जति सती रहंदे हुए उन्हां नाल प्रेम करते रहे। रामायण वर्ताया राम राज कर श्रेष्ठ उदारी। तो राम जी ने राम राज धर्मी राज कायम करके सारी सृष्टि का उद्धार किया। ते रामायण वर्ताया भाव न्याय पूर्वक राज करके जस खटिया। तो मरण मुनसा सच है, ओए उन्हां सूरमियां दा मरना सच है। साध संगत मिल पे सवारी, जिन्हां ने साध संगत च मिल के अपनी इज्जत सवारी है, उन्हां दा मरना सच है। सच है, उन्हां सूरमियां दा मरना सच है। भलाई सतगुरु मत सारी। तो सतगुरु नानक जी श्रेष्ठ सिक्ख्या लैके सतगुरु संसार विच भलाई कीती। सो अपना
ਉਧਾਰ ਕਰਕੇ ਸਾਥੀਆਂ ਨੂੰ ਵੀ ਤਾਰ ਦਿੱਤਾ। ਸੋ ਮਰਨਾ ਤਾਂ ਸਾਰਿਆਂ ਨੇ। ਰਾਮ ਰਾਵਣ ਦਾ ਇਕਾਂਗੀ ਦ੍ਰਿਸ਼ਟਾਂਤ ਹੀ ਹੈ। ਮਰਨਾ ਸਾਰਿਆਂ ਨੇ, ਸਭ ਮਰਨਾ ਭਾਈ, ਦ੍ਰਿਸ਼ਟਾਂਤ ਸਾਰਿਆਂ ਨੇ ਮਰਨਾ। ਸਫਲ ਮਰਨਾ ਉਹਨਾਂ ਦਾ ਜਿਨ੍ਹਾਂ ਨੇ ਸਾਧ ਸੰਗਤ ਕਰਕੇ ਨਾਮ ਜਪਿਆ ਤੇ ਜਪਾਇਆ, ਨਾਮ ਜਪਿਆ ਤੇ ਜਪਾਇਆ। ਸਫਲ ਮਰਨਾ ਉਹਨਾਂ ਦਾ। ਵਾਰ 32ਵੀਂ ਏਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖਾਂ ਦੇ ਲੱਛਣ। ਪਹਿਲਾ ਗੁਰਮੁਖ ਜਨਮ ਲੈ ਭੈ ਵਿੱਚ ਵਰਤੇ ਹੋਏ ਇਆਣਾ। ਭਾਈ ਜਦੋਂ ਗੁਰਮੁਖ ਗੁਰੂ ਦੇ ਘਰ ਜਨਮ ਲੈਂਦਾ ਹੈ, ਅੰਮ੍ਰਿਤ ਛਕ ਕੇ ਗੁਰੂ ਦੀ ਸਿੱਖਿਆ ਲੈ ਕੇ ਨਾ ਜਨਮ ਰੱਖਦਾ ਹੈ, ਤਾਂ ਇਆਣਿਆਂ ਦੀ ਤਰ੍ਹਾਂ ਗੁਰੂ ਦੇ ਭੈ ਵਿੱਚ ਰਹਿੰਦਾ। ਗੁਰਸਿੱਖ ਲੈ ਗੁਰਸਿੱਖ ਹੋਏ ਭਾਏ ਭਗਤ ਵਿੱਚ ਕਰਾ ਸਿਆਣਾ। ਫਿਰ ਉਹ ਸਤਿਗੁਰੂ ਦੀ ਸਿੱਖਿਆ ਲੈ ਕੇ ਗੁਰਮੁਖ ਬਣਦਾ, ਪ੍ਰੇਮਾ ਭਗਤੀ ਕਰਕੇ ਸਿਆਣਾ ਬਣ ਜਾਂਦਾ, ਵਿਦਵਾਨ ਹੁੰਦਾ। ਗੁਰਸਿੱਖ ਸੁਣ ਮੰਨੇ ਸਮਝ ਮਾਨ ਮਹੱਤ ਵਿੱਚ ਰਹੇ ਨਿਮਾਨ। ਫਿਰ ਗੁਰੂ ਦੀ ਸਿੱਖਿਆ ਨੂੰ ਸੁਣਦਾ, ਮੰਨਦਾ, ਸਮਝਦਾ, ਮਾਨ ਵਡਿਆਈ ਵਿੱਚ ਨਿਮਾਣਾ ਹੋ ਕੇ ਰਹਿੰਦਾ। ਗੁਰਸਿੱਖ ਪੂਜਦਾ, ਪੈਰੀ ਪੈਰੈ ਰਾਸ ਲੁਭਾਣਾ। ਗੁਰੂ ਦਾ ਸਿੱਖ ਗੁਰੂ ਦੇ ਸਿੱਖਾਂ ਦੀ ਸੇਵਾ ਕਰਦਾ, ਪੈਰੀ ਪੈ ਕੇ ਸੱਚੇ ਮਾਰਗ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਕੇ ਮਸਤ ਰਹਿੰਦਾ। ਗੁਰਸਿੱਖ ਮਨੋਂ ਨ ਵਿਸਰੇ, ਚੱਲਣ ਜਾਣ ਜੁਗਤ ਮਹਿਮਾਨ। ਉਹ ਗੁਰਸਿੱਖ ਗੁਰੂ ਦੀ ਸਿੱਖਿਆ ਨੂੰ ਮਨੋਂ ਨਹੀਂ ਵਿਸਾਰਦਾ। ਉਹ ਇਸ ਸੰਸਾਰ ਵਿੱਚੋਂ ਪ੍ਰਾਹੁਣੇ ਦੀ ਤਰ੍ਹਾਂ ਚੱਲਣ ਲਈ ਮਰਨ ਦੀ ਸਹੀ ਜੁਗਤੀ ਜਾਣਦਾ। ਤੋ ਗੁਰਸਿੱਖ ਮਿੱਠਾ ਬੋਲਣਾ, ਨਿਵ ਚੱਲਣਾ ਗੁਰਸਿੱਖ ਪਰਵਾਨਾ। ਗੁਰੂ ਦਾ ਸਿੱਖ ਮਿੱਠਾ ਬੋਲਦਾ, ਨਿਉ ਕੇ ਚੱਲਦਾ। ਉਹ ਮਨ ਕਰਕੇ ਗੁਰੂ ਦੀ ਸਿੱਖਿਆ ਨੂੰ ਪ੍ਰਵਾਨ ਕਰਦਾ। ਘਾਲ ਖਾਏ ਗੁਰਸਿੱਖ ਮਿਲ ਖਾਣਾ। ਤੇ ਗੁਰਸਿੱਖ ਮਿਹਨਤ ਦੀ, ਧਰਮ ਦੀ ਚੱਜੀ ਕਿਰਤ ਕਰਕੇ ਗੁਰਸਿੱਖਾਂ ਨਾਲ ਮਿਲ ਕੇ ਵੰਡ ਖਾਂਦਾ। ਪੌੜੀ ਦੂਜੀ। ਗੁਰਸਿੱਖ ਤਾਨ ਹੁੰਦਿਆਂ ਨੇ ਤਾਣਾ ਬਣ ਕੇ ਰਹਿੰਦਾ। ਤੋ ਦਿਸ਼ਟ ਦਰਸ ਲੇਵ ਸਾਵਧਾਨ, ਸ਼ਬਦ ਸੁਰਤ ਚੇਤਨ ਸਿਆਣ। ਭਈ ਗੁਰਸਿੱਖ ਆਪਣੀਆਂ ਅੱਖਾਂ ਸਤਿਗੁਰੂ ਦੇ ਦਰਸ਼ਨਾਂ ਦੀ ਲਿਵ ਵਿਖੇ ਸਾਵਧਾਨ ਕੀਤੀਆਂ ਹਨ। ਗੁਰਮੁਖ ਨੇ ਵਾਹਿਗੁਰੂ ਵਾਹਿਗੁਰੂ ਸਿਮਰਨ ਵਿੱਚ ਸੁਰਤ ਜੋੜ ਕੇ ਚੇਤਨ ਤੋਂ ਸਿਆਣਾ ਹੋ ਗਿਆ। ਨਾਮ ਦਾ ਨਿਸ਼ਾਨ ਦ੍ਰਿੜ, ਮਨ ਬਚ ਕਰਮ ਕਰੇ ਮੌਲਾਨਾ। ਮੇਲਾਨਾ ਪਵਿੱਤਰ ਰਹਿਣਾ, ਵਾਹਿਗੁਰੂ ਨਾਮ ਜਪਣਾ, ਹੋਰਨਾਂ ਨੂੰ ਜਪਾਉਣਾ, ਪ੍ਰਚਾਰ ਕਰਨਾ, ਸ਼ੁਭ ਕਰਮਾਂ ਵਿੱਚ ਰਹਿੰਦਾ। ਤੂੰ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਸਭ ਨਾਲ ਮਿਲਾਪ ਰੱਖਦਾ। ਇਸ ਕਰਕੇ ਗੁਰੂ ਨਾਲ ਵੀ ਮਿਲਾਪ ਹੋ ਜਾਂਦਾ। ਗੁਰਮੁਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ। ਅੰਮ੍ਰਿਤਧਾਰੀ ਨਾਮ ਜਪਣ ਵਾਲੇ ਗੁਰਸਿੱਖ ਅੰਮ੍ਰਿਤ ਨਾਮ ਅਭਿਆਸੀ ਥੋੜਾ ਬੋਲਦੇ ਹਨ, ਥੋੜਾ ਸੌਂਦੇ ਹਨ, ਥੋੜਾ ਹੀ ਖਾਂਦੇ ਹਨ। ਸੁਰਤ ਵਾਹਿਗੁਰੂ ਵਿੱਚ ਜੁੜੀ ਰਹਿੰਦੀ ਹੈ। ਪਰ ਤਨ ਪਰ ਧਨ ਪਰ ਹਰੇ, ਪਰ ਨਿੰਦਾ ਸੁਣ ਮਨ ਸ਼ਰਮਾਣਾ। ਤੇ ਉਹ ਪਰਾਈ ਇਸਤਰੀ ਤੋਂ ਪਰਾਏ ਧਨ ਦੀ ਲਾਲਸਾ ਛੱਡ ਦਿੰਦਾ। ਪਰਾਈ ਨਿੰਦਾ ਸੁਣਨ ਤੇ ਮਨ ਵਿੱਚ ਸ਼ਰਮਾਉਂਦਾ ਤੇ ਕਰਨ ਵਿੱਚ ਕਰਦਾ ਵੀ ਨਹੀਂ, ਸੁਣਦਾ ਵੀ ਨਹੀਂ। ਗੁਰਮੂਰਤ ਸਤਿਗੁਰੂ ਸ਼ਬਦ ਸਾਧ ਸੰਗਤ ਸੰਸਾਰ ਪਰਵਾਨਾ। ਗੁਰੂ ਦੇ ਦਰਸ਼ਨ, ਗੁਰਮੂਰਤ, ਵਾਹਿਗੁਰੂ ਸਿਮਰਨ, ਬਾਣੀ ਵਿਚਾਰ ਤੇ ਸਾਧ ਸੰਗਤ ਨੂੰ ਇੱਕੋ ਜਿਹਾ ਬਰਾਬਰ ਸਮਝਦੇ, ਇੱਕੋ ਜਿਹਾ ਪ੍ਰਮਾਣ, ਇੱਕੋ ਜਿਹਾ ਬਰਾਬਰ। ਵਾਹਿਗੁਰੂ 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 ਵਿੱਚ ਸੁਰਤ ਜੋੜੋ। ਸਤਿਗੁਰੂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੰਗਤ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਸੰਗਤ ਹੀ ਨਹੀਂ ਹੁੰਦੀ। ਤੋ ਵਾਹਿਗੁਰੂ ਵਿੱਚ ਸੁਰਤੀ ਜੋੜੋ, ਦਰਸ਼ਨ ਹੋ ਜਾਣਗੇ। ਇੱਕ ਮਨ ਇੱਕ ਅਰਾਧਨਾ, ਦੁਤੀਆ ਨਾ ਸਤ ਭਾਵੇ ਭਾਣਾ। ਇਕਾਗਰ ਮਨ ਹੋ ਕੇ ਇੱਕ ਵਾਹਿਗੁਰੂ ਵਿੱਚ ਸੁਰਤ ਜੋੜਦਾ। ਦਵੈਖ ਦੂਜਾ ਭਾਵ ਨਾਸ ਕਰ ਦਿੰਦਾ ਤੇ ਉਸਨੂੰ ਵਾਹਿਗੁਰੂ ਦਾ ਭਾਣਾ ਚੰਗਾ ਲੱਗਦਾ। ਗੁਰਮੁਖ ਹੁੰਦੇ ਤਾਂ ਨਿਤਾਣਾ। ਸੋ ਅੰਮ੍ਰਿਤਧਾਰੀ ਗੁਰਸਿੱਖ ਤਾਕਤ ਹੁੰਦਿਆਂ ਵੀ ਨਿਤਾਣਾ ਬਣ ਕੇ ਰਹਿੰਦਾ। ਪੌੜੀ ਤੀਜੀ। ਗੁਰਮੁਖ ਅੰਨਾ ਬੋਲਾ ਗੂੰਗਾ ਨਕਟਾ ਗੁੰਜਾ ਲੁੰਜਾ, ਮਤ ਹੀਣੇ ਦਾ ਕੋਈ ਸਾਥੀ ਨਹੀਂ। ਗੁਰਮੁਖ ਰੰਗ ਨ ਦਿਸਈ, ਹੁੰਦੀ ਅੱਖੀ ਅੰਨਾ ਸੋਈ। ਗੁਰੂ ਦੀ ਰਾਹੀਂ, ਗੁਰੂ ਤੋਂ ਚਰਨੀ ਲੱਗ ਕੇ ਅੰਮ੍ਰਿਤ ਛਕ ਕੇ ਕਹਿੰਦਾ ਸਰੀਰ ਧਾਰ ਕੇ ਜਿਹੜਾ ਪੁਰਸ਼ ਗੁਰੂ ਦੇ ਰਾਹੀਂ ਅੰਮ੍ਰਿਤ ਛਕ ਕੇ ਰੱਬ ਨੂੰ ਨਹੀਂ ਦੇਖਦਾ, ਗੁਰਮੁਖ ਰੰਗ ਨ ਦਿਸੇ।
ਪਿਆਰ ਨਹੀਂ ਕਰਦਾ। ਰੰਗ ਤੋਂ ਅੱਖਾਂ ਹੁੰਦੀਆਂ ਵੀ ਇੰਨਾ ਹੁੰਦਾ ਤੋ ਗੁਰਮੁਖਾਂ ਦਾ ਸਾਧ ਸੰਗਤ ਦਾ ਦਰਸ਼ਨ ਵੀ ਰੱਬ ਵਰਗਾ ਹੀ ਹੈ। ਤੋ ਗੁਰਮੁਖ ਸਮਝ ਨਾ ਸਕੇ ਹੁੰਦੀ ਕੰਨੀ ਬੋਲਾ ਹੋਈ। ਤੋ ਜਿਹੜਾ ਮਨੁੱਖ ਗੁਰੂ ਦੇ ਰਾਹੀਂ ਬਾਣੀ ਨਹੀਂ ਸਮਝ ਸਕਿਆ, ਕੰਨਾਂ ਦੇ ਹੁੰਦਿਆਂ ਵੀ ਬੋਲਾ ਹੀ ਹੈ। ਗੁਰਮੁਖ ਸ਼ਬਦ ਨਾ ਗਾਵੇ ਹੁੰਦੀ ਜੀਭੇ ਗੂੰਗਾ ਹੋਈ। ਜਿਸ ਮਨਮੁਖ ਨੇ ਅੰਮ੍ਰਿਤਧਾਰੀ ਅਜੇ ਬਣੀ ਹੀ ਨਹੀਂ, ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲਾ ਬਣ ਕੇ ਸ਼ਬਦ ਦਾ ਗਾਇਨ ਉਚਾਰਨ ਨਹੀਂ ਕਰਦਾ, ਜੀਭ ਹੁੰਦਿਆਂ ਵੀ ਉਸ ਨੂੰ ਗੂੰਗਾ ਕਿਹਾ ਜਾਂਦਾ। ਚਰਨ ਕਮਲ ਦੀ ਵਾਸ ਵਿਨ ਨਕਟਾ ਹੁੰਦੇ ਨੱਕ ਅਲੋਈ। ਜਿਹੜਾ ਗੁਰੂ ਦੇ ਚਰਨ ਕਮਲਾਂ ਦੀ ਵਾਸ਼ਨਾ ਤੋਂ ਹੀਣਾ ਹੈ, ਉਹ ਨੱਕ ਹੁੰਦਿਆਂ ਹੀ ਨਕਟਾ ਦੇਖੀ ਜਾਂਦਾ। ਸੋ ਗੁਰਮੁਖ ਕਾਰ ਮੈਂ ਹੋਣਿਆ ਹੁੰਦੀ ਕਰੀ ਲੁੰਜਾ ਦੁੱਖ ਰੋਈ। ਜਿਹੜਾ ਮਨਮੁਖ ਅੰਮ੍ਰਿਤਧਾਰੀ ਬਣ ਕੇ ਸੇਵਾ ਹੀ ਨਹੀਂ ਕਰ, ਅੰਮ੍ਰਿਤਧਾਰੀ ਨਹੀਂ ਬਣਿਆ, ਸੇਵਾ ਨਹੀਂ ਕਰਦਾ ਅੰਮ੍ਰਿਤਧਾਰੀ ਬਣ ਕੇ, ਉਹ ਹੱਥਾਂ ਦੇ ਹੁੰਦਿਆਂ ਵੀ ਲੁੰਜਾ ਹੈ, ਟੁੰਡਾ ਹੈ, ਉਹ ਦੁਖੀ ਹੋ ਕੇ ਰੋਂਦਾ ਨਰਕਾਂ ਵਿੱਚ। ਗੁਰਮਤਿ ਚਿੱਤ ਨ ਵਸੋਈ ਸੋ ਮਤਹੀਨ ਨਾ ਲੈਂਦਾ ਢੋਈ। ਗੁਰਬਾਣੀ ਦੀ ਵਿਚਾਰ ਹੀ ਮਨ 'ਚ ਨਹੀਂ ਵਸੀ, ਉਸ ਨੂੰ ਅਕਲ ਹੀ ਨਹੀਂ, ਹੈ ਹੀ ਨਹੀਂ, ਅਕਲ ਹੀਣਾ ਹੈ ਤਾਂ ਰੱਬ ਹੀ ਸੀ। ਪਰ ਮੈਂ ਕਿਹਾ ਮਨਮੁਖ ਵਿੱਚ ਵੀ ਵਾਹਿਗੁਰੂ। ਸਰੀਰ ਸੜ ਗਿਆ, ਸੱਚਖੰਡ ਬੈਠਣ ਨੂੰ ਜਗ੍ਹਾ ਨਾ ਮਿਲੀ, ਨਰਕਾਂ ਵਿੱਚ ਗਿਆ ਨਾ। ਮੂਰਖ ਨਾਲ ਨਾ ਕੋਈ ਸੁਥੋਈ। ਤੇ ਇਹੋ ਜਿਹਾ ਮੂਰਖ ਮਨਮੁਖ ਦਾ ਕੋਈ ਸਾਥੀ ਨਹੀਂ ਹੁੰਦਾ। ਅੱਗੇ ਦੀਆਂ ਗੱਲਾਂ ਹਨ, ਗੁਰਮੁਖਾਂ ਦਾ ਗੁਰੂ ਸਾਥੀ ਹੈ, ਇੱਥੇ ਸਾਰੇ ਦੋਸਤ ਹਨ, ਸਾਰੇ ਹੀ ਅੰਨੇ ਗੂੰਗੇ ਬੋਲੇ ਨਕਟੇ ਲੂੰਜੇ ਮਤਹੀਣੇ ਮੂਰਖ ਹਨ। ਇੱਥੇ ਗਿਣਤੀ ਜ਼ਿਆਦਾ ਇਹਨਾਂ ਦੀ, ਸਾਰੇ ਨਰਕਾਂ ਵਿੱਚ ਜਾਣਗੇ। ਪੌੜੀ ਚੌਥੀ, ਮਨਮੁਖ ਮੂਰਖ ਆਪਣਾ ਜਨਮ ਵਿਅਰਥ ਗਵਾ ਲੈਂਦੇ ਹਨ। ਤੋ ਘੁੱਗੂ ਸੁੱਝ ਨਾ ਸੁੱਝੀ ਵਸਦੀ ਛੱਡ ਰਹੇ ਉਜਾੜੀ। ਉਹ ਭਾਈ ਉੱਲੂ ਨੂੰ ਸੂਰਜ ਨਹੀਂ ਦਿਸਦਾ, ਉਹ ਵਸਦੀ ਥਾਂ ਨੂੰ ਛੱਡ ਕੇ ਉਜਾੜ ਵਿੱਚ ਰਹਿੰਦਾ। ਤੋ ਦਿਨ ਵੇਲੇ ਝਾੜੀ ਵਿੱਚ ਕੱਟਦਾ ਹੈ। ਤੋ ਬਹੁਤ ਧਰਮ ਸੰਨਿਆਸੀ, ਉਦਾਸੀ, ਜੋਗੀ ਆਦਿ ਸਾਰੇ ਬਾਹਰ ਘਰ ਛੱਡ ਕੇ ਜੰਗਲਾਂ ਵਿੱਚ ਹੀ, ਉਜਾੜਾਂ ਵਿੱਚ ਹੀ ਚਲੇ ਜਾਂਦੇ। ਉੱਲੂ ਹਨ, ਸਾਰੇ ਉੱਲੂ ਹੈ। ਸਰਵ ਵਿਆਪਕ ਰੱਬ ਉਹਨਾਂ ਨੂੰ ਉੱਲੂ ਦੀ ਤਰ੍ਹਾਂ ਨਜ਼ਰ ਹੀ ਨਹੀਂ ਆਉਂਦਾ। ਇੱਲ ਪੜ੍ਹਾਈ ਨਾ ਪੜ੍ਹੇ ਚੂਹੇ ਖਾਏ ਉੱਡੇ ਦਿਹਾੜੀ। ਦੇਖਿਆ ਨਹੀਂ, ਇੱਲ ਮਨਮੁਖ, ਕਾਮਰੇਡ, ਸਾਕਤ, ਨਾਸਤਕ, ਉਹ ਕਿਸੇ ਦੀ ਪੜ੍ਹਾਈ ਨਹੀਂ ਪੜ੍ਹਦੀ, ਉਹ ਚੂਹੇ ਖਾ ਕੇ ਸਾਰੀ ਦਿਹਾੜੀ ਉੱਡਦੀ ਫਿਰਦੀ ਹੈ, ਜੀਵ ਭਟਕਦਾ ਫਿਰਦਾ ਹੈ, ਬਾਣੀ ਦੀ ਵਿਚਾਰ ਨਹੀਂ ਕਰਦੀ। ਵਾਸ ਨਾ ਆਵੇ ਵਾਂਸ ਨੂੰ ਹਉਮੈ ਅੰਗ ਚੰਨਣ ਵਾਲੀ। ਹਉਮੈ ਦੀ ਅੱਗ ਹੋਣ ਕਰਕੇ ਵਾਂਸ ਵਿੱਚੋਂ ਵਾਸ਼ਨਾ ਨਹੀਂ ਆਉਂਦੀ। ਮੈਂ ਬਹੁਤ ਵੱਡਾ, ਮੈਂ ਬਹੁਤ ਲੰਬਾ। ਤੋ ਚੰਦਨ ਦੀ ਬਗੀਚੀ ਵਿੱਚ ਇਹ ਮੇਰ ਤੇਰ ਨਹੀਂ ਹੈ, ਉਹ ਸਾਰਿਆਂ ਨੂੰ ਖੁਸ਼ਬੂਦਾਰ ਬਣਾ ਦਿੰਦਾ। ਤੋ ਸੰਖ ਸਮੁੰਦਰੋਂ ਸਖਣਾ ਦੁਰਮਤਹੀਣਾ ਦੇ ਦਿਹਾੜੀ ਦੇ ਵਿਗਾੜੀ। ਤੋ ਸੰਖ ਸਮੁੰਦਰ ਵਿੱਚੋਂ ਖਾਲੀ ਆਉਂਦਾ ਹੈ, ਗੁਰਮਤ ਤੋਂ ਹੀਣਾ ਹੈ ਨਾ, ਉਹ ਗੁਰਮਤ ਤੋਂ ਹੀਣਾ ਹੈ, ਮਨਮੁਖ ਹੈ, ਇਸ ਕਰਕੇ ਸ਼ਕਲ ਤੋਂ ਬਦ ਸ਼ਕਲ ਹੋ ਗਿਆ ਹੈ। ਤਾਹਾਂ ਮਾਰ ਮਾਰ ਰੋਂਦਾ, ਦੱਸਦਾ ਸਾਰਿਆਂ ਨੂੰ, ਤਾਹਾਂ ਮਾਰ ਮਾਰ ਰੋਂਦਾ, ਸਾਰਿਆਂ ਨੂੰ ਦੱਸਦਾ। ਤੋ ਸਿੰਬਲ ਬਿਰਖਣਾ ਸਫਲ ਹੋਏ ਆਪ ਗਨਾਏ ਵੱਡਾ ਅਨਾੜੀ। ਸਿੰਬਲ ਰੁੱਖ ਫੁੱਲਾਂ ਵਾਲਾ ਨਹੀਂ ਹੁੰਦਾ। ਮੂਰਖ ਆਪਣਾ ਆਪ ਹੰਕਾਰ ਵਿੱਚ ਹੀ ਗਵਾ ਲੈਂਦਾ। ਦੇਖੋ ਮੈਂ ਕਿੱਡਾ ਵੱਡਾ, ਕਿੱਡਾ ਉੱਚਾ, ਕਿੱਡਾ ਸੋਹਣਾ, ਪੱਲੇ ਕੁਛ ਵੀ ਨਹੀਂ। ਸੋ ਮੂਰਖ ਫੱਕੜ ਪਵੇ ਰਿਹਾੜੀ। ਤੋ ਮੂਰਖ ਲੋਕ ਫੱਕੜ, ਖੱਪੀ, ਗੱਪੀ ਹੁੰਦੇ ਹਨ, ਫਜ਼ੂਲ ਜਿੰਦਾਂ ਵਿੱਚ ਪੈ ਰਹਿੰਦੇ ਹਨ, ਜਿੱਦਾਂ ਵਿੱਚ ਪੈ ਰਹਿੰਦੇ ਹਨ। ਸੋ ਇੱਕ ਤੇ ਫੱਕੜ ਲਿਖਿਆ, ਦਿਲ ਦੇ ਫੱਕੜ ਝਗੜਦੇ ਆ, ਤੇ ਉੱਲੂ ਇੱਲਾਂ ਵਾਂਗ ਤੇ ਬਿਰਥਾ ਭਟਕ ਕੇ ਵਾਸਾ ਸਿੰਬਲ ਵਾਂਗੂ ਨਿਕੰਮੇ ਰਹਿ ਕੇ, ਦੇਖਿਆ ਜੇ, ਜੀਵਨ ਬਤੀਤ ਕਰਦੇ ਹਨ। ਪੌੜੀ ਪੰਜਵੀਂ, ਮੂਰਖ ਦੀ ਮੂਰਖਤਾ ਹੀ ਲੁਕੀ ਨਹੀਂ ਰਹਿੰਦੀ। ਕਹਿੰਦਾ ਅੰਨੇ ਅੱਗੇ ਆਰਸੀ ਨਾਈ ਧਰ ਨਾ ਵਧਾਵੇ ਵਧਾਈ ਪਾਵੇ। ਤੇ ਜੇ ਨਾਈ ਅੰਨੇ ਅੱਗੇ ਸ਼ੀਸ਼ਾ ਦਿਖਾਵੇ ਤਾਂ ਉਸ ਨੂੰ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਭਾਵ ਉਸ ਨੂੰ ਕੋਈ ਪੈਸਾ ਨਹੀਂ ਮਿਲਣਾ, ਖੁਸ਼ੀ ਨਹੀਂ ਮਿਲਣੀ। ਅੰਨੇ ਨੂੰ ਸ਼ੀਸ਼ਾ ਦਿਖਾਉਂਦੇ। ਬੋਲੇ ਅੱਗੇ ਗਾਵੀਏ ਸ਼ਰਮ ਨਾ ਡਰਮ ਕਢਾਏ ਪਹਿਨਾਵੇ। ਤੇ ਜੇ ਮਰਾਸੀ ਬੋਲੇ ਅੱਗੇ ਤੇ ਕੰਜੂਸ ਅੱਗੇ ਗਾਣਾ ਗਾਵੇ ਤਾਂ ਉਹ ਉਸ ਨੂੰ ਪੁਸ਼ਾਕ ਨਹੀਂ ਪਹਿਨਾਉਣਗੇ। ਨਹੀਂ, ਪੁੱਛੇ ਮਸਲਤ ਗੂੰਗਿਓ ਵਿਗੜੇ ਕੰਮ ਜਵਾਬ ਨਾ ਆਵੇ। ਤੋ ਵਿਗੜੇ ਹੋਏ ਕੰਮ ਲਈ ਜੇ ਗੂੰਗੇ ਤੋਂ ਸਲਾਹ ਪੁੱਛੀ ਜਾਏ ਤੇ ਅੱਗੋਂ ਕੋਈ ਜਵਾਬ ਨਹੀਂ ਮਿਲਦਾ।
ਤੋ ਫੁਲਵਾੜੀ ਵੜ ਗੁਣਗੁਣਾ ਮਾਲੀ ਨੂੰ ਨਾ ਇਨਾਮ ਦਿਵਾਵੇ। ਤੇ ਜੇ ਕੋਈ ਗੁਣਗੁਣਾ ਬਗੀਚੇ ਵਿੱਚ ਵਜਾਵੇ ਤਾਂ ਖੁਸ਼ ਹੋ ਕੇ ਮਾਲੀ ਨੂੰ ਇਨਾਮ ਨਹੀਂ ਦੇਵੇਗਾ, ਉਹਨੂੰ ਖੁਸ਼ਬੂ ਹੀ ਨਹੀਂ ਆਉਣੀ। ਲੂਲੇ ਨਾਲ ਵਿਆਹੀਏ ਕਿਵ ਗੱਲ ਮਿਲ ਕਾਮਨ ਗੱਲ ਲਾਵੇ। ਤੇ ਲੂਲੇ ਨਾਲ ਜੇ ਕੋਈ ਇਸਤਰੀ ਵਿਆਹ ਦਈਏ ਤਾਂ ਕਿਸ ਕੰਮ ਉਸ ਨੂੰ ਆਪਣੇ ਗੱਲ ਨਾਲ ਲਾ ਕੇ ਮਿਲ ਸਕਦਾ। ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਊ ਲੰਗਾਵੇ। ਸਭਨਾ ਦੀ ਚਾਲ ਸੋਹਣੀ ਹੁੰਦੀ ਹੈ, ਪਰ ਲੰਗਾ ਆਪਣੀ ਚਾਲ ਦਾ ਹੀ ਵਿਖਾਵਾ ਕਰਦਾ ਹੈ। ਤੇ ਲੁਕੇ ਨਾ ਮੂਰਖ ਆਪ ਲਖਾਵੇ। ਇਸ ਤਰ੍ਹਾਂ ਮੂਰਖ ਮਨਮੁਖ ਲੁਕਦਾ ਨਹੀਂ, ਉਹ ਆਪਣਾ ਆਪ ਪ੍ਰਗਟ ਕਰ ਦਿੰਦਾ। ਪੌੜੀ 6ਵੀਂ। ਮੂਰਖ ਮਨਮੁਖ ਦਾ ਹਿਰਦਾ ਪੱਥਰ ਵਰਗਾ ਹੁੰਦਾ, ਪੱਥਰ ਵਰਗਾ, ਪੱਥਰ ਵਰਗਾ। ਤੋ ਪੱਥਰ ਮੂਲ ਨਾ ਭਿੱਜਈ 100 ਵਰਿਆਂ ਜਲ ਅੰਦਰ ਵਸੈ। ਪੱਥਰ ਕਦੀ ਨਹੀਂ ਭਿੱਜਦਾ, ਭਾਵੇਂ 100 ਸਾਲ ਪਾਣੀ ਵਿੱਚ ਭਿੱਜਾ ਰਹੇ, ਵਸਦਾ ਰਹੇ। ਮਨਮੁਖ ਉਮਰ ਭਾਵੇਂ 100 ਸਾਲ ਹੋਵੇ, ਉਹ ਗੁਰਮੁਖ ਨਹੀਂ ਬਣ ਸਕਦਾ। ਪੱਥਰ ਖੇਤ ਨ ਜੰਮੇ 4 ਮਹੀਨੇ ਇੰਦਰ ਵਰਸੇ। ਉਹ ਪੱਥਰ ਉੱਤੇ ਖੇਤੀ ਨਹੀਂ ਜੰਮਦੀ, ਭਾਵੇਂ 4 ਮਹੀਨੇ ਬਾਰਿਸ਼ ਹੁੰਦੀ ਰਹੇ। ਮਨਮੁਖ ਪਰਉਪਕਾਰੀ ਨਹੀਂ ਹੋ ਸਕਦਾ, ਭਾਵੇਂ 4 ਮਹੀਨੇ ਸਮਝਾਉਂਦੇ ਰਹੋ। ਉਹ ਪੱਥਰ ਚੰਨਣ ਰਗੜੀਏ ਚੰਨਣ ਵਾਂਗ ਨਾ ਪੱਥਰ ਘਸੇ। ਜੇ ਪੱਥਰ ਨੂੰ ਚੰਦਨ ਰਗੜ ਦਈਏ, ਚੰਦਨ ਰਗੜ ਦਈਏ ਤਾਂ ਪੱਥਰ ਚੰਦਨ ਨੂੰ ਘਸਾ ਦਿੰਦਾ ਹੈ, ਪਰ ਚੰਦਨ ਦੀ ਤਰ੍ਹਾਂ ਆਪ ਨਹੀਂ ਘਸਦਾ। ਮਨਮੁਖ ਨਹੀਂ ਪਿਘਲ ਸਕਦਾ, ਹੋਰ ਪਿਘਲ ਜਾਂਦੇ ਹਨ। ਉਹ ਸਿਲ ਵੱਟੇ ਨਿਤ ਪੀਸ ਦੇ ਰਸ ਕਸ ਜਾਣੇ ਵਾਸ ਨ ਰਸੇ। ਉਹ ਸਿਲਾਂ ਤੇ ਵੱਟੇ ਹਰ ਰੋਜ਼ ਰਸ ਕਸ ਕਈ ਤਰ੍ਹਾਂ ਦੇ ਮਸਾਲੇ ਪੀਸਦੇ ਹਨ, ਪਰ ਮਸਾਲਿਆਂ ਦੀ ਵਾਸ਼ਨਾ ਦੇ ਸਵਾਦ ਨੂੰ ਨਹੀਂ ਜਾਣਦੇ। ਚੱਕੀ ਫਿਰੇ ਸਹਿਨ ਸਵਾਰ ਖਾਏ ਨਾ ਪੀਏ ਭੁੱਖ ਨਾ ਤੱਸੇ। ਚੱਕੀ 1000 ਵਾਰ ਘੁੰਮਦੀ ਏ, ਉਹ ਨਾ ਕੁਝ ਖਾਂਦੀ ਏ ਨਾ ਕੁਝ ਪੀਂਦੀ ਏ, ਉਸ ਨੂੰ ਭੁੱਖ ਪਿਆਸ ਹੀ ਨਹੀਂ ਲੱਗਦੀ। ਮਨਮੁਖ ਨੂੰ ਕਦੇ ਵੀ ਨਾਮ ਦੀ ਭੁੱਖ ਤੇ ਪਿਆਸ ਨਹੀਂ ਲੱਗਦੀ। ਸੋ ਪੱਥਰ ਘੜੇ ਵਰਤਨਾ ਹੇਠ ਉੱਤੇ ਹੋਏ ਘੜਾ ਵਿਨਰਸੇ। ਸੋ ਪੱਥਰ ਦੇ ਘੜੇ ਦੀ ਵਰਤਨ ਇਹੋ ਜਿਹੀ ਹੈ ਕਿ ਭਾਵੇਂ ਪੱਥਰ ਹੇਠਾਂ ਹੋਵੇ ਜਾਂ ਉੱਤੇ ਹੋਵੇ, ਘੜੇ ਦਾ ਨਾਸ ਹੀ ਹੁੰਦਾ। ਉਹ ਮੂਰਖ ਸੁਰਤ ਨਾ ਜਸ ਅਪਜਸੇ। ਸੋ ਮੂਰਖ ਮਨਮੁਖ ਨੂੰ ਆਪਣੇ ਜਸ ਵਡਿਆਈ ਅਪਜਸ ਨਿੰਦਿਆ ਦੀ ਕੋਈ ਸੋਝੀ ਨਹੀਂ ਹੁੰਦੀ। ਅਕਲ ਤਾਂ ਬਾਣੀ ਪੜ੍ਹਿਆ ਆਉਣੀ ਹੈ, ਸਿਮਰਨ ਕੀਤੇ ਆਉਂਦੀ ਹੈ, ਸਰੀਰ ਨੂੰ ਅਕਲ ਹੁੰਦੀ ਨਹੀਂ, ਸਰੀਰ ਨੂੰ ਅਕਲ ਹੁੰਦੀ ਨਹੀਂ। ਤੋ ਮੂਰਖ ਮੂਰਖਤਾਈ ਕਰਕੇ ਰੋਂਦਾ ਹੈ, ਸੰਗਤ ਵਿੱਚ ਵੀ ਕੁਸੰਗੀ ਰਹਿੰਦਾ ਹੈ। ਤੇ ਪਾਰਸ ਪੱਥਰ ਸੰਗ ਹੈ, ਪਾਰਸ ਪਰਸ ਨਾ ਕੰਚਨ ਹੋਵੇ। ਪਾਰਸ ਤੇ ਪੱਥਰ ਸੰਗੀ ਹਨ, ਮੇਲ ਮਿਲਾਪ ਹੈ। ਸੋ ਪੱਥਰ ਪਾਰਸ ਦੀ ਸੰਗਤ ਵਿੱਚ ਰਹਿੰਦਾ ਹੈ, ਪਰ ਪਾਰਸ ਨੂੰ ਛੋਹਣ ਨਾਲ ਸੋਨਾ ਨਹੀਂ ਬਣਦਾ। ਮਨਮੁਖ ਗੁਰਦੁਆਰੇ ਜਾਂਦਾ ਹੈ, ਪਰ ਮਨਮੁਖ ਦਾ ਮਨਮੁਖ ਹੀ ਰਹਿੰਦਾ ਹੈ। ਹੀਰੇ ਮਾਨਕ ਪੱਥਰੋਂ ਪੱਥਰ ਹੋਏ ਨਾ ਹਾਰ ਪਰੂਵੇ। ਹੀਰੇ ਮਾਨਕ ਪੱਥਰਾਂ ਵਿੱਚੋਂ ਹੀ ਨਿਕਲਦੇ ਹਨ, ਪਰ ਹੀਰਿਆਂ ਦੇ ਤਾਂ ਹਾਰ ਵਾਂਗੂ ਪੱਥਰਾਂ ਦਾ ਕੋਈ ਹਾਰ ਨਹੀਂ ਪਾਉਂਦਾ। ਅੱਗੇ ਗੁਰਮੁਖ ਦੀ ਪੁੱਛ ਗਿੱਛ ਹੈ, ਮਨਮੁਖ ਦੀ ਨਹੀਂ। ਪੱਥਰਾਂ ਦਾ ਕੋਈ ਹਾਰ ਪਾਉਂਦਾ ਤੇ ਉਹਨੂੰ ਵੀ ਆਪਾਂ ਸਟੋਨ ਹੀ ਕਹਿੰਦੇ ਹਾਂ, ਉਹ ਵੀ ਸਟੋਨ ਹੀ ਹੁੰਦਾ। ਵੱਟ ਜਵਾਹਰ ਤੋਲੀਏ ਮੁੱਲ ਨਾ ਤੋਲ ਵਿਕਾਏ ਸਮੂਵੇ। ਸੋ ਪੱਥਰਾਂ ਦੇ ਵੱਟਿਆਂ ਨਾਲ ਜਵਾਹਰਾਂ ਤੋਲੇ ਜਾਂਦੇ ਹਨ, ਪਰ ਮੁੱਲ ਵਿੱਚ ਦੋਵਾਂ ਦੀ ਕੋਈ ਬਰਾਬਰੀ ਨਹੀਂ। ਗੁਰਮੁਖ ਦਾ ਮੁੱਲ ਅੱਗੇ ਪੈਣਾ, ਮਨਮੁਖ ਤੁਲਦਾ ਹੀ ਰਹਿਣਾ। ਸੋ ਪੱਥਰ ਅੰਦਰ ਅਸ਼ਟ ਧਾਤ ਪਾਰਸ ਪਰਸ ਸਮੰਨਨ ਅਲੂਵੇ। ਸੋ ਪੱਥਰ ਅੰਦਰ ਹੀ 8 ਧਾਤਾਂ ਹੁੰਦੀਆਂ ਹਨ, ਜੋ ਪਾਰਸ ਨਾਲ ਛੋਹ ਕੇ ਸੋਨਾ ਹੋਈਆਂ ਵੇਖਦੀਆਂ। ਮਨਮੁਖ ਪੱਥਰ ਨਹੀਂ, ਸੋਨਾ ਨਹੀਂ ਹੁੰਦਾ, ਪੱਥਰ ਨਹੀਂ ਸੋਨਾ ਹੁੰਦਾ। ਸੋ ਪੱਥਰ ਫਟਕ ਫਟਕਣਾ, ਪੱਥਰ ਫਟਕ ਝਲਕਣਾ, ਬਹੁ ਰੰਗੀ ਹੋਏ ਰੰਗ ਨਾ ਗੂਵੇ। ਸੋ ਬਲੌਰੀ ਪੱਥਰ ਚਮਕੀਲਾ ਹੁੰਦਾ ਹੈ, ਤੇ ਉਸ ਦੇ ਕੋਲ ਜਿਹੜਾ ਰੰਗ ਰੱਖੀਏ ਉਹ ਉਹੋ ਜਿਹਾ ਹੀ ਰੰਗ ਵਾਲਾ ਦਿਸਦਾ ਹੈ, ਪਰ ਆਪਣਾ ਰੰਗ ਨਹੀਂ ਗਵਾਉਂਦਾ। ਸੋ ਪੱਥਰ ਵਾਸਨਾ ਸਾਉ ਹੈ, ਮਨ ਕਠੋਰ ਨਾ ਹੋਏ ਵਿਗੂਵੇ। ਪੱਥਰ ਵਿੱਚ ਨਾ ਕੋਈ ਵਾਸ਼ਨਾ ਨਾ ਕੋਈ ਸਵਾਦ ਹੈ, ਉਸ ਦਾ ਮਨ ਕਠੋਰ ਹਨ ਕਰਕੇ ਆਪਣੇ ਖੱਜਲ ਖੁਆਰ ਹੀ ਹੁੰਦਾ। ਮਨ ਕਠੋਰ ਹੋਣ ਕਰਕੇ ਮਨਮੁਖ ਨਰਕਾਂ ਵਿੱਚ ਜਾਂਦਾ, ਖੱਜਲ ਖੁਆਰ ਹੁੰਦਾ। ਕਰਮ ਮੂਰਖਾਈ ਮੂਰਖ ਰੋਵੇ। ਤੋ ਮੂਰਖ ਮੂਰਖਤਾਈ ਕਰਕੇ ਅੰਤ ਨੂੰ ਰੋਂਦਾ ਹੈ। ਨਰਕਾਂ ਵਿੱਚ ਤਾਂ ਕਰੋੜਾਂ ਸਾਲ ਰੋਂਦਾ ਹੈ, ਕਰੋੜਾਂ ਸਾਲ ਰੋਂਦਾ ਹੈ, ਕਰੋੜਾਂ ਸਾਲ ਰੋਂਦਾ ਭਾਈ ਓਏ, ਕਰੋੜਾਂ ਸਾਲ ਰੋਂਦਾ। ਉਹ ਮਨਮੁਖ ਮੂਰਖ ਦੀ ਸੰਗਤ ਨਾ ਕਰੋ,
ਮਨਮੁਖ ਜਿਉ ਮਨ ਕਾਲੇ ਸੱਪ ਵਿੱਚ ਸਾਰ ਨ ਜਾਣੇ ਵਿਸੂ ਭਰਿਆ ਵਾਹਿਗੁਰੂ। ਜਿਵੇਂ ਕਾਲੇ ਫਨੀਅਰ ਸੱਪ ਦੇ ਸਿਰ ਵਿੱਚ ਮਣੀ ਹੁੰਦੀ ਹੈ ਤੇ ਉਸਦੀ ਸਾਰ ਨਹੀਂ ਜਾਣਦਾ ਤੇ ਜ਼ਹਿਰ ਨਾਲ ਭਰਿਆ ਰਹਿੰਦਾ ਜ਼ਹਿਰ ਨਾਲ। ਮਨਮੁਖ ਹੈ ਜ਼ਹਿਰ ਦਾ ਭਰਿਆ, ਜਾਣਦਾ ਹੀ ਨਹੀਂ ਅੰਦਰ ਵਾਹਿਗੁਰੂ, ਅੰਦਰ ਅੰਮ੍ਰਿਤ ਰਸ। ਜਾਨ ਕਤੂਰੀ ਮਿਰਗ ਤਨ ਝਾੜਾਂ ਸਿੰਘ ਦਾ ਫਰਿਆ। ਤੋ ਹਿਰਨ ਦੇ ਸਰੀਰ ਵਿੱਚ ਕਸਤੂਰੀ ਹੁੰਦੀ ਹੈ ਪਰ ਹਿਰਨ ਨੂੰ ਉਸਦੀ ਕੋਈ ਸੋਝੀ ਨਹੀਂ ਹੁੰਦੀ। ਝਾੜੀਆਂ ਸੁੰਘਦਾ ਫਿਰਦਾ, ਮੋੜ ਭਟਕਦਾ ਫਿਰਦਾ। ਜਿਉਂ ਕਰ ਮੋਤੀ ਸਿੱਪ ਵਿੱਚ ਮਰਮ ਨਾ ਜਾਣੇ ਅੰਦਰ ਧਰਿਆ। ਜਿਵੇਂ ਸਿੱਪ ਵਿੱਚ ਮੋਤੀ ਹੁੰਦਾ ਪਰ ਉਹ ਆਪਣੇ ਅੰਦਰ ਧਰੇ ਇਸ ਮੋਤੀ ਦੇ ਭੇਦ ਨੂੰ ਨਹੀਂ ਜਾਣਦਾ। ਜਿਉਂ ਗਾਈ ਦੱਧ ਥਣ ਚਿਚੜੀ ਦੁੱਧ ਨਾ ਪੀਏ ਲਹੂ ਜਰਿਆ। ਤੋ ਜਿਵੇਂ ਚਿੱਚੜ ਗਊ ਦੇ ਥਣਾਂ ਨਾਲ ਲੱਗਾ ਹੁੰਦਾ ਹੈ, ਦੁੱਧ ਨਹੀਂ ਪੀਂਦਾ, ਲਹੂ ਪੀਣ ਲਈ ਜੁੜਿਆ ਰਹਿੰਦਾ, ਚੰਬੜਿਆ ਰਹਿੰਦਾ। ਤੋ ਬਗਲਾ ਤਰਨ ਨਾ ਸਿੱਖਿਓ ਤੀਰਥ ਨਹਾਏ ਨਾ ਪੱਥਰ ਤਰਿਆ। ਤੋ ਬਗਲੇ ਨੇ ਤਰਨਾ ਨਾ ਸਿੱਖਿਆ ਤੇ ਪੱਥਰ ਵੀ ਤੀਰਥਾਂ ਤੇ ਨਹਾ ਕੇ ਨਹੀਂ ਤਰਿਆ। ਪਿੱਛੇ ਪੌੜੀ ਚੱਲ ਰਹੀ ਸੀ 8ਵੀਂ, ਜਿਵੇਂ ਦੱਸਿਆ ਹੈ ਕਿ ਮਨਮੁਖ ਨਾ ਮੂਰਖ ਦੀ ਸੰਗਤ ਨਾ ਕਰੋ। ਮਨਮੁਖ ਮੂਰਖ ਉਹਦੀ ਸੰਗਤ, ਜਿਵੇਂ ਕਾਲੇ ਫਨੀਅਰ ਸੱਪ ਦੇ ਵਿੱਚ ਸਿਰ ਵਿੱਚ ਮਣੀ ਹੈ ਉਸਦੀ ਸਾਰ ਨਹੀਂ ਜਾਣਦਾ ਪਰ ਜ਼ਹਿਰ ਨਾਲ ਭਰਿਆ। ਮਨਮੁਖ ਵੀ ਜ਼ਹਿਰ ਦਾ ਭਰਿਆ, ਜਾਣਦਾ ਨਹੀਂ ਮੇਰੇ ਅੰਦਰ ਵਾਹਿਗੁਰੂ ਹੈ, ਨਹੀਂ ਜਾਣਦਾ। ਜਿਉਂ ਹਿਰਨ ਦੇ ਵਿੱਚ ਕਸਤੂਰੀ ਹੈ ਉਹ ਪਰ ਹਿਰਨ ਨੂੰ ਉਸਦੀ ਸੋਝੀ ਨਹੀਂ, ਉਹ ਝਾੜੀਆਂ ਸੁੰਘਦਾ ਫਿਰਦਾ, ਐਵੇਂ ਹੀ ਭਟਕਦਾ ਫਿਰਦਾ। ਇੱਦਾਂ ਹੀ ਮਨਮੁਖ ਭਟਕਦਾ ਫਿਰਦਾ, ਉਹਨੂੰ ਸਮਝ ਨਹੀਂ ਅੰਦਰ ਮੇਰੇ ਅੰਮ੍ਰਿਤ। ਜਿਉਂ ਕਰ ਸੋਪੀ ਮੋਤੀ ਸਿੱਪ ਵਿੱਚ ਮੋਤੀ ਹੁੰਦਾ, ਉਹਨੂੰ ਆਪਣੀ ਸਮਝ ਨਹੀਂ ਕਿ ਮੇਰੇ ਅੰਦਰ ਮੈਂ ਕੀ ਹਾਂ। ਇਸ ਤਰ੍ਹਾਂ ਮਨਮੁਖ ਨੂੰ ਸਮਝ ਨਹੀਂ ਕਿ ਮੈਂ ਕੀ ਹਾਂ, ਮਨਮੁਖ ਨੂੰ ਸਮਝ ਨਹੀਂ ਮੈਂ ਕੀ ਹਾਂ। ਬਸ ਜਿਵੇਂ ਕਾਲੇ ਨਾਗ ਵਿੱਚ ਮਨੀ ਸਮਝ ਨਹੀਂ, ਹਿਰਨ ਵਿੱਚ ਕਸਤੂਰੀ ਸਮਝ ਨਹੀਂ, ਸਿੱਪ ਵਿੱਚ ਮੋਤੀ ਹੈ ਉਹਨੂੰ ਸਮਝ ਨਹੀਂ। ਮਨਮੁਖ ਦੀ ਗੱਲ ਕੀਤੀ ਹੈ ਕਿ ਉਹ ਗਾਈ ਥਣ ਚਿਚੜੀ ਦੁੱਧ ਨਾ ਪੀਏ ਲਹੂ ਜਰਿਆ। ਤੋ ਚਿੱਚੜ ਗਊ ਦੇ ਥਣਾਂ ਨਾਲ ਲੱਗ ਜਾਂਦਾ, ਚੰਬੜ ਜਾਂਦਾ, ਦੁੱਧ ਨਹੀਂ ਪੀਂਦਾ, ਲਹੂ ਪੀਣ ਲਈ ਜੁੜਿਆ ਚਿੰਬੜਿਆ ਹੋਇਆ। ਸੋ ਬਗਲਾ ਤਰ ਨਾ ਸਿੱਖਿਓ ਤੀਰਥ ਨਹਾਏ ਨਾ ਪੱਥਰ ਤਰਿਆ। ਸੋ ਬਗਲੇ ਨੇ ਤਰਨਾ ਨਾ ਸਿੱਖਿਆ, ਸੋ ਪੱਥਰ ਵੀ ਤੀਰਥਾਂ ਤੇ ਨਹਾ ਕੇ ਨਹੀਂ ਤਰਿਆ। ਪੰਡਤ ਲੋਕ ਕਿੰਨੇ ਤੀਰਥਾਂ ਤੇ ਜਾਂਦੇ ਆ, ਕੋਈ ਤਰ ਗਿਆ। ਤੋ ਨਾਲ ਸਿਆਣੇ ਭਲੀ ਭਿੱਖ, ਨਾਲ ਸਿਆਣੇ ਇੱਥੇ ਰੁਕਿਆ ਸੀ। ਨਾਲ ਸਿਆਣੇ ਭਲੀ ਭਿੱਖ ਮੂਰਖ ਰਾਜੋਂ ਕਾਜ ਨ ਸਰਿਆ। ਇੱਥੇ ਬੜੀ ਵੱਡੀ ਗੱਲ ਕਹੀ, ਆਮ ਬੰਦਾ ਇਹ ਗੱਲ ਨੂੰ ਸਮਝ ਹੀ ਨਹੀਂ ਸਕਦਾ। ਕਿਵੇਂ? ਉਹ ਭਾਈ ਸਿਆਣੇ ਗੁਰਮੁਖਾਂ ਦੇ ਨਾਲ ਭਿੱਖਿਆ ਮੰਗ ਕੇ ਖਾ ਲੈਣੀ ਚੰਗੀ ਆ। ਸੰਗਤ ਕਰਦਾ ਰਹੋ, ਨਾਮ ਜਪਦਾ ਰਹੋ, 4 ਦਿਨਾਂ ਦੀ ਜ਼ਿੰਦਗੀ ਆ ਤੇ ਉਹ ਚੰਗੀ ਆ। ਅੱਗੇ 8 ਕਰੋੜ 40 ਲੱਖ ਸਾਲ ਦਾ ਭੁਗਤਾਨ ਆ। ਆਮ ਬੰਦੇ ਨੂੰ ਇਹ ਗੱਲ ਸਮਝ ਆ ਸਕਦੀ ਹੈ? ਨਹੀਂ ਆ ਸਕਦੀ। ਪਰ ਮੂਰਖ ਮਨਮੁਖ ਦੀ ਸੰਗਤ ਕਰਕੇ ਰਾਜਾ ਰਾਜ ਦੇ ਹੁੰਦਿਆਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋਵੇ, ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਰਾਜ ਦੇ ਹੁੰਦਿਆਂ ਵੀ ਜਨਮ ਮਨੋਰਥ ਪੂਰਾ ਨਹੀਂ ਹੁੰਦਾ। ਜਾਣਾ ਤਾਂ ਅੱਗੇ ਤਾਂ 8 ਕਰੋੜ 40 ਲੱਖ ਸਾਲ ਦੀ ਜ਼ਿੰਦਗੀ, ਇੱਥੇ ਗੁਰਮੁਖਾਂ ਦੀ ਸੰਗਤ 'ਚ ਰਹਿ ਕੇ ਭਿੱਖ ਮੰਗ ਕੇ ਮੀਨ ਗਰੀਬੀ। ਭਿੱਖ ਮੰਗਣਾ ਗੁਰਸਿੱਖੀ ਨੂੰ ਹੁਕਮ ਨਹੀਂ। ਵਾਹਿਗੁਰੂ ਰੋਜੀ ਰੋਟੀ ਦਿੰਦਾ ਤੋ ਭਿੱਖ ਮੰਗਣਾ ਆਪਣੇ ਹੁਕਮ ਨਹੀਂ, ਸਾਨੂੰ ਹੁਕਮ ਨਹੀਂ ਭਿੱਖ ਮੰਗਣਾ। ਤੋ ਭਿੱਖ ਮੰਗਣ ਗਰੀਬੀ ਮਤਲਬ ਇੱਕ ਉਦਾਹਰਨ ਦਿੱਤੀ ਹੈ। ਜੇ ਭੀਖ ਮੰਗ ਕੇ ਵੀ ਆਪਣਾ ਜੀਵਨ ਗੁਜ਼ਾਰ ਲਵੇਂ, 4 ਦਿਨਾਂ ਦੀ ਪੇਕੇ ਜ਼ਿੰਦਗੀ ਗੁਜ਼ਾਰ ਲਵੇਂ, ਉਹ ਚੰਗੀ ਹੈ ਰਾਜ ਨਾਲੋਂ। ਪਰ ਮਨਮੁਖ ਨਾ ਬਣੀ ਰਹੀ ਗੁਰਮੁਖ। ਕਿਉਂ? ਕਿ ਅੱਗੇ ਤੈਨੂੰ ਰਾਜ ਮਿਲ ਜਾਣਾ, ਇੰਦਰਪੁਰੀ ਦਾ ਰਾਜ